ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਕਿਸਾਨਾਂ ਦੀ ਕੇਂਦਰ ਦੇ ਨਾਲ ਜੋ ਗੱਲਬਾਤ ਹੋਈ ਹੈ ਉਸ ਤੋਂ ਅੱਗੇ ਦੀਆਂ ਸੰਭਾਵਨਾਵਾਂ ਤੇ ਚਰਚਾ ਲਗਾਤਾਰ ਜਾਰੀ ਹੈ ਕਿ ਕੀ ਕੁਝ ਹੋ ਸਕਦਾ ਹੈ, ਕੀ ਕੁਝ ਕੀਤਾ ਜਾ ਸਕਦਾ ਹੈ। ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਲਗਾਤਾਰ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਆਖਿਰਕਾਰ ਸੁਪਰੀਮ ਕੋਰਟ ਦਾ ਅਧਿਕਾਰ ਖੇਤਰ ਕਿੱਥੇ ਕੁ ਤੱਕ ਹੈ ਜਦੋਂ ਕਿਸਾਨਾਂ ਦੇ ਮਸਲੇ ਦੇ ਉੱਤੇ ਸੁਣਵਾਈ ਹੁੰਦੀ ਹੈ। ਸਭ ਦੇ ਉੱਤੇ ਗੱਲਬਾਤ ਕਰਾਂਗੇ। ਹੋਰ ਵੀ ਨਾਲ ਸਿਆਸੀ ਖਬਰਾਂ ਜੋ ਕੁਝ ਚੱਲ ਰਹੀਆਂ ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਕਿਸ ਤਰ੍ਹਾਂ ਕਿਸਾਨੀ ਅੰਦੋਲਨ ਦੇ ਵਿਚਾਲੇ ਸਿਆਸਤ ਵੀ ਜਿਹੜੀ ਉਹ ਭਾਰੂ ਹੈ। ਇਸ ਸਭ ਦੇ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਮੌਜੂਦ ਨੇ। ਪ੍ਰੋਫੈਸਰ ਦਾ ਸਵਾਗਤ ਹੈ ਤੁਹਾਡਾ। ਧੰਨਵਾਦ ਜੀ, ਧੰਨਵਾਦ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਧੰਨਵਾਦ ਸਰ। ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਫੈਸਲੇ ਦੀ ਆਪਾਂ ਗੱਲ ਕਰੀਏ। ਲਗਾਤਾਰ ਆਲੋਚਨਾ ਹੋ ਰਹੀ ਹੈ ਫੈਸਲੇ ਦੀ, ਤੁਹਾਡਾ ਇਸ ਬਾਰੇ ਕੀ ਕਹਿਣਾ? ਜਿਹੜਾ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਆਇਆ, ਇਹਦੇ ਵਿੱਚ ਦੋ ਕਿਸਮ ਦੀ ਆਲੋਚਨਾ ਹੋ ਰਹੀ ਹੈ। ਇੱਕ ਜਿਹੜੀ ਆਲੋਚਨਾ ਹੈ ਉਹ ਇਹ ਹੈ ਕਿ ਜਿਹੜੀ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਹੈ, ਕੀ ਇਹ ਕਮੇਟੀ ਨਿਰਪੱਖ ਹੋ ਕੇ ਫੈਸਲਾ ਦੇ ਸਕੇਗੀ? ਕਿਉਂਕਿ ਇਹਦੇ ਸਾਰੇ ਮੈਂਬਰਾਂ ਤੇ ਵਟਸਐਪ ਇੰਡਸਟਰੀ ਦੇ ਵਿੱਚ ਤਾਂ ਉਹ ਆ ਗਿਆ ਕਿ ਇਹਨਾਂ ਨੇ ਆਹ ਆਰਟੀਕਲ ਲਿਖੇ ਨੇ ਤੇ ਇਹਨਾਂ ਨੇ ਸਮੇਂ-ਸਮੇਂ ਤੇ ਇੱਦਾਂ ਦੇ ਵਿਚਾਰ ਵਿਅਕਤ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ 4 ਦੇ 4 ਮੈਂਬਰਾਂ ਉੱਪਰ ਕਲੀਅਰ ਕੱਟ ਉਹਨਾਂ ਦਾ ਇਮੇਜ ਇੱਦਾਂ ਬਣਦਾ ਹੈ ਕਿ ਉਹ ਚਾਰੇ ਮੈਂਬਰ ਇਸ ਕਾਨੂੰਨ ਦੇ ਵੱਖ-ਵੱਖ ਸਮਿਆਂ ਤੇ ਅਖਬਾਰਾਂ ਵਿੱਚ ਆਰਟੀਕਲ ਦੇ ਚੁੱਕੇ ਨੇ ਜਾਂ ਕਿਸੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਕਹਿ ਚੁੱਕੇ ਨੇ, ਚਿੱਠੀ ਲਿਖ ਚੁੱਕੇ ਨੇ ਕਿ ਇਹ ਜਿਹੜੇ ਕਾਨੂੰਨ ਨੇ ਇਹ ਅੱਛੇ ਨੇ ਤੇ ਇਹ ਰਹਿਣੇ ਚਾਹੀਦੇ ਨੇ। ਸੋ ਇਸ ਕਰਕੇ ਕੱਲ ਵੀ ਮੈਂ ਇੱਕ ਕਿਸੇ ਕਿਸਾਨ ਦਾ ਬਹੁਤ ਹੀ ਤਲਖ ਕਮੈਂਟ ਜਿਹੜਾ ਸੀਗਾ ਉਹ ਸੁਣ ਰਿਹਾ ਸੀ। ਉਹ ਇਹ ਕਹਿ ਰਿਹਾ ਸੀ ਕਿ ਇਹ ਜਿਹੜੀ ਕਮੇਟੀ ਹੈ ਨਾ, ਇਹ ਨਿਰਪੱਖ ਨਹੀਂ ਹੈ, ਇਹ ਤੇ ਬਿਲਕੁਲ ਇੱਕ ਪੱਖੀ ਹੈ। ਸੋ ਇਸ ਕਰਕੇ ਉਸ ਤੇ ਜਿਹੜੀ ਮਾਨ ਸਾਹਿਬ ਦੇ ਰਿਜ਼ਾਈਨ ਤੋਂ ਬਾਅਦ ਹੋਰ ਮੋਹਰ ਲੱਗ ਗਈ ਹੈ, ਇਹ ਪਰਪੱਕਤਾ ਹੋ ਗਈ ਹੈ। ਹਰ ਇੱਕ ਵਿਅਕਤੀ ਨੂੰ ਇਹ ਲੱਗ ਰਿਹਾ ਕਿ ਵਾਕਈ ਇਹ ਜਿਹੜੀ ਕਮੇਟੀ ਹੈ ਇਹ ਨਿਰਪੱਖ ਨਹੀਂ ਹੈ। ਉਹ ਮਾਨ ਸਾਹਿਬ ਨੇ ਮੰਨ ਲਿਆ ਕਿ ਬਈ ਜੇ ਇਸ ਕੰਡੀਸ਼ਨ 'ਚ ਮੈਂ ਪੰਜਾਬ ਦੇ ਕਿਸਾਨਾਂ ਨਾਲ ਖੜਾਂਗਾ, ਅਦਰਵਾਈਜ਼ ਉਹ ਵਿੱਚ ਰਹਿ ਕੇ ਵੀ ਖੜ ਸਕਦੇ ਸੀ, ਪਰ ਨਾਲ ਖੜਾਂਗਾ ਦਾ ਮਤਲਬ ਉਹ ਕਿ ਵੀ ਮੈਂ ਆਵਾਜ਼ ਛੱਡਾਂ, ਇਸ ਕਰਕੇ ਮੈਂ ਕਮੇਟੀ ਵਿੱਚ ਨਹੀਂ ਰਹਾਂਗਾ। ਦੂਜੇ ਤਿੰਨੇ ਮੈਂਬਰਾਂ ਦੀ ਵੀ ਇਹ ਪੋਜੀਸ਼ਨ ਹੈ। ਇਸ ਤੋਂ ਵੀ ਅੱਗੇ ਚੱਲ ਕੇ ਜਿਹੜੀ ਮੈਂ ਤੁਹਾਨੂੰ ਦੱਸਦਾ, ਜਸਟਿਸ ਰਣਜੀਤ ਸਿੰਘ, ਜਸਟਿਸ ਕਾਟਜੂ ਜਾਂ ਹੋਰ ਵਾਈਸ ਚਾਂਸਲਰ ਫੈਜ਼ਾਨ ਹੋਣਾ ਦੇ ਇੱਦਾਂ ਦੇ ਕਮੈਂਟ ਆ ਗਏ ਨੇ। ਉਹਦੇ ਵਿੱਚ ਇਹ ਹੈ ਕਿ ਜਿਹੜੀਆਂ ਸਾਡੀਆਂ ਤਿੰਨੋਂ ਅੰਗ ਨੇ ਸਰਕਾਰਾਂ ਦੇ, ਕਾਰਜਪਾਲਿਕਾ, ਵਿਧਾਨ ਪਾਲਿਕਾ, ਨਿਆਂਪਾਲਿਕਾ, ਇਹਨਾਂ ਦਾ ਇੱਕ ਅਧਿਕਾਰ ਖੇਤਰ ਹੈ। ਜਿਹੜਾ ਸਾਡੀ ਕੋਰਟ ਦਾ, ਨਿਆਂਪਾਲਿਕਾ ਦਾ ਜਿਹੜਾ ਸਾਡਾ ਅਧਿਕਾਰ ਖੇਤਰ ਹੈ, ਉਹਦੇ ਵਿੱਚ ਮੇਨ ਗੱਲ ਇਹ ਹੈ ਕਿ ਸਾਡੀ ਨਿਆਂਪਾਲਿਕਾ ਦਾ ਕੰਮ ਹੈ ਕਿ ਉਹ ਬਣੇ ਹੋਏ ਕਾਨੂੰਨਾਂ ਦਾ ਤੇ ਬਣੇ ਹੋਏ ਸੰਵਿਧਾਨ ਦਾ ਉਹਦੀ ਰਾਖੀ ਕਰੇ। ਜਿੱਥੇ ਕਿਤੇ ਉਹਦੀ ਵਾਇਲੇਸ਼ਨ ਹੁੰਦੀ ਹੈ, ਜਿਹੜਾ ਬੰਦਾ ਇਹ ਉਹਨਾਂ ਕੋਲੇ ਅਪੀਲ ਕਰਦਾ ਹੈ ਕਿ ਮੇਰੇ ਆ ਹੱਕਾਂ ਦੀ ਵਾਇਲੇਸ਼ਨ ਹੋਈ ਹੈ, ਇੱਥੇ ਆ ਕੇ ਮੇਰੇ ਹੱਕ ਕੁਚਲੇ ਜਾ ਰਹੇ ਨੇ, ਉੱਥੇ ਉਹ ਉਹਨਾਂ ਨੂੰ ਪ੍ਰੋਟੈਕਟ ਕਰੇ। ਮੈਂ ਸਰੋਤਿਆਂ ਨੂੰ ਇਹ ਦੱਸਣਾ ਚਾਹੂੰਗਾ ਕਿ ਦੋ ਤਰ੍ਹਾਂ ਦਾ, ਕਿ ਇੱਕ ਪਾਰਲੀਮੈਂਟ ਦੇ ਬਣਾਏ ਹੋਏ ਕਾਨੂੰਨ ਨੇ, ਇੱਕ ਸਾਡਾ ਸੰਵਿਧਾਨ ਹੈ। ਸਾਡਾ ਸੰਵਿਧਾਨ ਜਿਹੜਾ ਸਰਵਉੱਚ ਹੈ। ਕਿਸੇ ਵੀ ਪੋਲੀਟੀਕਲ ਪਾਰਟੀ, ਰਾਜਨੀਤਿਕ ਪਾਰਟੀ ਜੇ ਸਾਡੇ ਮੁਲਕ ਦੇ ਵਿੱਚ ਕੋਈ ਕਾਨੂੰਨ ਬਣਾਉਂਦੀ ਹੈ ਤੇ ਉਹ ਕਾਨੂੰਨ ਸਾਡੇ ਸੰਵਿਧਾਨ ਦੀ ਕਿਸੇ ਧਾਰਾ ਦੇ ਉਲਟ ਜਾਂਦਾ ਹੈ, ਉੱਥੇ ਸਾਡੀ ਸੁਪਰੀਮ ਕੋਰਟ ਨੂੰ, ਨਿਆਂਪਾਲਿਕਾ ਨੂੰ ਇਹ ਹੱਕ ਹੈ ਕਿ ਉਹ ਜਦੋਂ ਉਹਦੇ ਕੋਲੇ ਕੋਈ ਅਪੀਲ ਜਾਂਦੀ ਹੈ ਜਾਂ ਉਹ ਸੂਓ ਮੋਟੋ ਨੋਟਿਸ ਲੈਂਦੀ ਹੈ ਕਿ ਇਹ ਬੇਸਿਕ ਸੰਵਿਧਾਨ ਦੀ ਧਾਰਾ ਦੇ ਉਲਟ ਹੈ, ਇਸ ਕਰਕੇ ਇਹ ਕਾਨੂੰਨ ਤੇ ਰੋਕ ਲਾਈ ਜਾ ਸਕਦੀ ਹੈ ਜਾਂ ਕਾਨੂੰਨ ਆਪਰੇਸ਼ਨ ਬੰਦ ਕੀਤਾ ਜਾ ਸਕਦਾ ਹੈ। ਇਹ ਪਹਿਲੀ ਵਾਰੀ ਹੋਇਆ ਹੈ ਜਸਟਿਸ ਕਾਟਜੂ ਮੁਤਾਬਕ ਕਿ ਪਹਿਲੀ ਵਾਰੀ ਹੋਇਆ ਕਾਨੂੰਨ ਦੇ ਆਪਰੇਸ਼ਨ ਤੇ ਰੋਕ ਲਾਈ ਹੈ। ਅਦਰਵਾਈਜ਼ ਸੁਪਰੀਮ ਕੋਰਟ ਦਾ ਜਿਹੜਾ ਹੱਕ ਹੈ ਉਹ ਕਾਨੂੰਨ ਤੇ ਰੋਕ ਲਾਉਣਾ ਹੈ, ਇੱਕ ਕੰਡੀਸ਼ਨ 'ਚ ਦੱਸ ਕੇ, ਇਹ ਕੋਰਟ ਕਰਕੇ ਕਿ ਆਹ ਜਿਹੜਾ ਕਾਨੂੰਨ ਹੈ ਇਹ ਸੰਵਿਧਾਨ ਦੀ ਧਾਰਾ ਨੂੰ ਜਾਂ ਜਿਹੜੀ ਸਾਡੀ ਸਟੈਚੂਟਰੀ ਪ੍ਰੋਵੀਜ਼ਨ ਨੂੰ, ਜੇ ਕੋਈ ਨੋਟੀਫਿਕੇਸ਼ਨ ਲਿਆਉਂਦੀ ਹੈ ਨਾ ਸਰਕਾਰ, ਜੇ ਉਹ ਨੋਟੀਫਿਕੇਸ਼ਨ
ਸੰਵਿਧਾਨ ਦੇ ਜਾਂ ਬਣੇ ਹੋਏ ਕਾਨੂੰਨ ਦੇ ਵਿਰੁੱਧ ਹੈ ਤਾਂ ਉਹ ਤੇ ਵੀ ਉਹ ਰੋਕ ਲਾਈ ਜਾ ਸਕਦੀ ਹੈ। ਮਤਲਬ ਉਹ ਵੀ ਦੱਸ ਕੇ ਕਿ ਕਾਰਨ ਕੀ ਹੈ, ਰੋਕ ਕਿਉਂ ਲੱਗ ਰਹੀ ਹੈ। ਇਸ ਮਾਮਲੇ 'ਚ ਇਹੋ ਜਿਹਾ ਕੁਝ ਨਹੀਂ ਹੋਇਆ। ਇਹਦਾ ਰੀਜ਼ਨ ਮੈਂ ਤੁਹਾਨੂੰ ਇਹ ਦੱਸਦਾ ਕਿ ਜਦੋਂ ਕੋਰਟ 'ਚ ਕੇਸ ਚਲਾ ਜਾਂਦਾ ਨਾ, ਕੋਰਟ ਦੀ ਜੱਜਮੈਂਟ ਆਉਂਦੀ ਹੈ। ਜੱਜਮੈਂਟ ਦਾ ਇੱਕ ਸਟਾਈਲ ਹੈ ਕਿ ਉਹ ਆਧਾਰ ਦੱਸੇ ਬਿਨਾਂ ਤਾਂ ਕਿਸੇ ਫੈਸਲੇ ਤੇ ਪਹੁੰਚਦੇ ਹੀ ਨਹੀਂ। ਤੁਸੀਂ ਫੈਸਲਾ ਇਦਾਂ ਹੀ ਥੋੜਾ ਕਿ ਤੁਸੀਂ ਇਦਾਂ ਹੀ ਸੁਣਾ ਦੋਗੇ ਵੀ ਤੁਸੀਂ ਗਲਤ ਹੋ, ਮੈਂ ਠੀਕ ਹਾਂ, ਜਾਂ ਮੈਂ ਗਲਤ ਹਾਂ। ਜਦੋਂ ਅਸੀਂ ਗਲਤ ਠੀਕ ਫੈਸਲਾ ਸੁਣਾਵਾਂਗੇ ਤਾਂ ਉਹ ਤੱਥ ਮੈਂਸ਼ਨ ਕਰਕੇ ਸੁਣਾਵਾਂਗੇ ਕਿ ਇੰਨਾ ਕਾਰਨਾਂ ਕਰਕੇ ਆਹ ਗੱਲ ਠੀਕ ਹੈ, ਆਹ ਗੱਲ ਗਲਤ ਹੈ। ਮਤਲਬ ਇਹ ਜਸਟਿਸ ਕਾਟਜੂ ਕਹਿ ਰਹੇ ਨੇ। ਜਸਟਿਸ ਕਾਟਜੂ ਨੇ ਤਾਂ ਐਡਾ ਤਲਖ ਟਿੱਪਣੀ ਕੀਤੀ ਹੈ, ਉਹ ਤੇ ਕਹਿੰਦੇ ਸੁਪਰੀਮ ਕੋਰਟ ਇਹ ਗਲਤ ਕਰ ਰਹੀ ਹੈ। ਇਹ ਤਾਂ ਪੰਚਾਇਤ ਬਣ ਗਈ, ਕਿਉਂਕਿ ਪੰਚਾਇਤ 'ਚ ਆਪਾਂ ਜਦੋਂ ਬੈਠ ਕੇ ਦੋ ਜਣੇ ਬੈਠ ਕੇ ਕੋਈ ਗੱਲ ਕਰਦੇ ਆ ਪਾਰਟੀਆਂ 'ਚ, ਉਸ ਸਮੇਂ ਹੁੰਦਾ ਵੀ ਕੋਈ ਉੱਚੀ ਕੋਈ ਨੀਚੀ ਗੱਲ। ਜਸਟਿਸ ਕਾਟਜੂ ਨੇ ਤਾਂ ਜਿਹੜੇ ਸਾਡੇ ਅਟਾਰਨੀ ਜਨਰਲ ਨੇ ਉਹਨਾਂ ਤੇ ਬੜਾ ਤਿੱਖਾ ਕਮੈਂਟ ਕੀਤਾ ਹੈ ਕਿ ਉਹ ਕੋਰਟ ਦੇ ਵਿੱਚ ਕਹਿ ਰਹੇ ਨੇ ਕਿ ਜੀ ਉੱਥੇ ਬਲੱਡ ਸ਼ੈੱਡ ਹੋ ਜਾਏਗਾ, ਜਲਿਆਂਵਾਲਾ ਬਾਗ ਬਣ ਜਾਏਗਾ। ਉਹ ਕਹਿੰਦਾ ਕੋਰਟ ਨੂੰ ਇਹ ਥੋੜਾ ਦੱਸਣਾ ਹੁੰਦਾ ਹੈ। ਕੋਰਟ ਨੂੰ ਤਾਂ ਤੁਸੀਂ ਇਹ ਦੱਸਣਾ ਵੀ ਇਹ ਕਾਨੂੰਨ ਹੈ ਜਿਹੜਾ ਕਿਤੇ ਸੰਵਿਧਾਨ ਦੀ ਵਾਇਲੇਸ਼ਨ ਕਰਦਾ ਕਿ ਨਹੀਂ ਕਰਦਾ। ਬਲੱਡ ਸ਼ੈੱਡ ਹੋ ਜਾਏਗਾ ਨਹੀਂ ਹੋ ਜਾਏਗਾ ਇਹ ਕਾਰਜਪਾਲਿਕਾ ਦਾ ਕੰਮ ਹੈ, ਪੁਲਿਸ ਦਾ ਕੰਮ ਹੈ, ਉਹ ਦੇਖੇ ਸਾਰਾ ਕੁਝ। ਉਹਨਾਂ ਨੂੰ ਪਾਵਰਾਂ ਮਿਲੀਆਂ ਨੇ, ਕਿਉਂ ਹੋਣ ਦਿੰਦੇ ਨੇ ਉਹ ਬਲੱਡ ਸ਼ੈੱਡ। ਸੁਪਰੀਮ ਕੋਰਟ ਜਾਂ ਨਿਆਂਪਾਲਿਕਾ ਉਹ ਸਿਰਫ ਉਹਨਾਂ ਹਾਲਾਤਾਂ 'ਚ ਵਿੱਚ ਆਉਂਦੀ ਹੈ ਜਦੋਂ ਕਿਸੇ ਵੀ ਸੰਵਿਧਾਨ 'ਚ ਦਿੱਤੇ ਹੋਏ ਹੱਕਾਂ ਦੀ ਵਾਇਲੇਸ਼ਨ ਹੁੰਦੀ ਹੈ। ਸੋ ਇਸ ਕਰਕੇ ਜੇ ਉਹ ਵਾਇਲੇਸ਼ਨ ਹੋਈ ਹੈ ਤਾਂ ਉਹ ਕਾਨੂੰਨ ਰੱਦ ਕਰੂਗੀ, ਜੇ ਵਾਇਲੇਸ਼ਨ ਨਹੀਂ ਹੋਈ ਤਾਂ ਉਹ ਰੱਦ ਨਹੀਂ ਕਰੂਗੀ। ਤੇ ਜੇ ਹਾਲੇ ਪਤਾ ਹੀ ਨਹੀਂ ਕਿ ਵਾਇਲੇਸ਼ਨ ਹੋਈ ਹੈ ਕਿ ਨਹੀਂ ਹੋਈ ਹੈ, ਇਸ ਜਿਹੜਾ ਮੁੱਦਾ ਹੈ, ਇਸ ਮੁੱਦੇ ਤੇ ਸੁਪਰੀਮ ਕੋਰਟ ਨੇ ਕਿਤੇ ਗੱਲ ਹੀ ਨਹੀਂ ਕੀਤੀ ਜਮੀ। ਤੇ ਜਿਹੜਾ ਫੈਸਲਾ ਸੁਪਰੀਮ ਕੋਰਟ ਦਾ ਆਇਆ ਕਿ ਉਸ ਨੂੰ ਸਟੇ ਲਗਾ ਦਿੱਤੀ ਗਈ ਹੈ, ਉਹਦੇ ਵਿੱਚ ਕੀ ਕਾਰਨ ਦੱਸੇ ਗਏ ਨੇ? ਕੋਈ ਹੈ ਉਹਦੇ ਬਾਰੇ ਇਸ ਗੱਲ? ਉਹਦੇ ਵਿੱਚ ਕਾਰਨ ਤਾਂ ਦੱਸੇ ਨਹੀਂ, ਆਹੀ ਤਾਂ ਪ੍ਰੋਬਲਮ ਹੈ ਨਾ। ਮਤਲਬ ਜਾਂ ਤਾਂ ਉਹ ਸੁਪਰੀਮ ਕੋਰਟ ਦੱਸੇ ਕਿ ਸੰਵਿਧਾਨ ਮੁਤਾਬਕ ਇਹ ਕਾਨੂੰਨ ਬਣਾਉਣ ਦਾ ਸਰਕਾਰ ਨੂੰ ਹੱਕ ਨਹੀਂ ਹੈ, ਸਰਕਾਰ ਨੇ ਕਾਨੂੰਨ ਗਲਤ ਬਣਾਇਆ ਹੈ। ਅੱਛਾ, ਜੇ ਗਲਤ ਬਣਾਇਆ ਹੈ ਫਿਰ ਸੁਪਰੀਮ ਕੋਰਟ ਇਹਨੂੰ ਰੱਦ ਕਰੇ। ਜੇ ਗਲਤ ਬਣਾਇਆ ਹੀ ਨਹੀਂ ਫਿਰ ਰੋਕ ਕਿਉਂ ਲਾਈ ਹੈ? ਇਹ ਗੱਲ ਤਾਂ ਦੱਸੀ ਨਹੀਂ ਨਾ, ਤਾਂ ਸਾਫ਼ ਹੀ ਨਹੀਂ ਹੋ ਪਾਈ। ਅੱਛਾ, ਦੂਸਰਾ ਜਿਹੜਾ ਇਹ ਸੁਪਰੀਮ ਕੋਰਟ ਨੇ ਕੀਤਾ ਹੈ, ਮੈਂ ਕਿਸੇ ਹੋਰ ਪੱਖ ਤੋਂ ਤੁਹਾਡੇ ਸਾਹਮਣੇ ਇਹ ਗੱਲ ਹਾਈਲਾਈਟ ਕਰੂੰਗਾ ਕਿ ਇਹ ਸਾਡੇ ਇੰਡਸਟਰੀਅਲ ਡਿਸਪਿਊਟ ਐਕਟ ਦੇ ਵਿੱਚ ਐਜ਼ ਟੀਚਰ ਜੋ ਮੈਂ ਪੜ੍ਹਿਆ ਐਦਾਂ ਦੀ ਇੱਕ ਵਿਧੀ ਹੈ। ਉੱਥੇ ਇਹ ਹੈ ਕਿ ਜਦੋਂ ਦੋ ਪਾਰਟੀਆਂ ਦੇ ਵਿੱਚ ਕਿਤੇ ਕੋਈ ਝਗੜਾ ਹੋ ਜੇ, ਦੋ ਪਾਰਟੀਆਂ ਮਤਲਬ ਇੰਪਲਾਈ ਤੇ ਇੰਪਲਾਇਰ, ਉਹਦੇ ਵਿੱਚ ਇੱਕ ਡਿਸਪਿਊਟ ਸੈਟਲਮੈਂਟ ਐਕਟ ਦੇ ਵਿੱਚ 3 ਢੰਗ ਨੇ। ਇੱਕ ਨੂੰ ਅਸੀਂ ਕਹਿੰਦੇ ਕੰਸਾਈਲੇਸ਼ਨ, ਕਿ ਕੰਸਾਈਲੇਟਰ ਬਿਠਾ ਕੇ ਦੋਨਾਂ ਪਾਰਟੀਆਂ ਨੂੰ ਸਮਝਾ ਕੇ ਕਿ ਭਾਈ ਦੋਨਾਂ ਨੂੰ ਆ ਭਰਮ ਭੁਲੇਖਾ ਹੈ, ਉਹ ਭਰਮ ਭੁਲੇਖਾ ਨਿਕਲ ਕੇ ਜੇ ਉਹ ਦੋਨੇ ਪਾਰਟੀਆਂ ਸਹਿਮਤੀ ਤੇ ਆ ਜਾਣ, ਉਹਨਾਂ ਦੀ ਸਹਿਮਤੀ ਬਣਾ ਕੇ, ਜਿਵੇਂ ਆਪਾਂ ਕਿਸੇ ਜ਼ਮਾਨੇ 'ਚ ਹੁੰਦਾ ਸੀ ਨਾ, ਪਿੰਡ 'ਚ ਦੋ ਭਰਾ ਅੱਡ ਹੋਣ ਲੱਗੇ ਨੇ ਕਿ ਮਾਮਾ ਫੁੱਫੜ ਜੀਜਾ ਸਾਂਝੇ ਰਿਸ਼ਤੇਦਾਰ ਜਿਹੜੇ, ਉਹ ਬੈਠ ਕੇ ਉਹਨਾਂ ਨੂੰ ਸਮਝਾ ਦੇਣ ਤੇ ਉਹ ਸਮਝ ਲੈਣ ਵੀ ਯਾਰ ਕੋਈ ਨਹੀਂ, ਘਾਟਾ ਵਾਧਾ ਨਹੀਂ ਹੈਗਾ, ਤੈਨੂੰ ਇੱਧਰਲਾ ਚੰਗਾ ਇੱਧਰਲਾ ਮਾੜਾ ਹੈ, ਤੇ ਉਹ ਸਹਿਮਤੀ ਤੇ ਆ ਜਾਣ ਤੇ ਵੰਡ ਹੋ ਜਾਵੇ। ਉਹਨੂੰ ਕਹਿੰਦੇ ਨੇ ਕੰਸਾਈਲੇਸ਼ਨ। ਦੂਜੀ ਵਿਧੀ ਹੈ, ਉਹਨੂੰ ਕਹਿੰਦੇ ਨੇ ਅਸੀਂ ਆਰਬਿਟਰੇਸ਼ਨ। ਆਰਬਿਟਰੇਸ਼ਨ ਨੂੰ ਪੰਜਾਬੀ 'ਚ ਕਹਿੰਦੇ ਨੇ ਸਾਲਸ। ਸਾਲਸ ਦੇ ਵਿੱਚ ਹੁੰਦਾ ਹੈ ਕਿ ਦੋਵੇਂ ਪਾਰਟੀਆਂ ਕਿਸੇ ਇੱਕ ਹੋਰ ਤੀਸਰੀ ਧਿਰ ਨੂੰ ਮੰਨ ਲੈਣ ਕਿ ਨਿਰਪੱਖ ਹੈ ਤੇ ਇਹ ਜੋ ਫੈਸਲਾ ਦੇ ਦੂਗੀ ਉਹ ਸਾਨੂੰ ਮੰਨਣਾ ਪਊਗਾ, ਔਰ ਉਹ ਕਾਨੂੰਨ ਦੀ ਨਜ਼ਰ 'ਚ ਵੀ ਮੰਨਣਾ ਪੈਂਦਾ ਆਰਬਿਟਰੇਸ਼ਨ। ਪਰ ਉਹਦੀ ਸ਼ਰਤ ਇਹ ਹੈ ਕਿ ਉਹ ਜਿਹੜੇ ਬੰਦੇ ਬਣਾਏ, ਜਿਹੜੇ ਸਾਲਸ ਬੰਦੇ ਅਪੁਆਇੰਟ ਹੋਣਗੇ, ਉਹ ਦੋਨੋਂ ਧਿਰਾਂ ਦੀ ਸਹਿਮਤੀ ਨਾਲ ਹੋਣਗੇ। ਜੇ ਇੱਕ ਧਿਰ ਸਹਿਮਤ ਨਹੀਂ ਨਾ, ਫਿਰ ਉਹ ਫੈਸਲਾ ਮੰਨਣ ਯੋਗ ਨਹੀਂ ਹੋਏਗਾ। ਤੀਸਰਾ ਜਿਹੜਾ ਢੰਗ ਹੈ ਉਹ ਹੈਗਾ ਕਚਹਿਰੀਆਂ, ਨਿਆਂਪਾਲਿਕਾ, ਐਡਜੂਡੀਕੇਸ਼ਨ ਕਹਿੰਦੇ ਅੰਗਰੇਜ਼ੀ 'ਚ ਉਹਨੂੰ। ਤੇ ਸਾਡੇ ਸਾਬਕਾ ਰਾਸ਼ਟਰਪਤੀ ਬੀਬੀ ਗਿਰੀ ਜੀ ਨੇ ਕਿਹਾ ਕਿ ਜਦੋਂ ਵੀ ਇਹ ਦੋ ਪਾਰਟੀਆਂ 'ਚ ਕੋਈ ਮਸਲਾ ਆ ਜੇ, ਨਿਆਂਪਾਲਿਕਾ ਕੋਲ ਸਿਰਫ ਉਦੋਂ ਹੀ ਜਾਣਾ ਚਾਹੀਦਾ ਜਦੋਂ ਬਾਕੀ ਸਾਰੇ ਹਥਿਆਰ ਖਤਮ ਹੋ ਜਾਣ। ਕਾਰਨ ਕਿਉਂਕਿ ਜਿਹੜੀਆਂ ਦੋ ਪਾਰਟੀਆਂ ਨੇ, ਜਿਹੜਾ ਇੰਪਲਾਈ ਤੇ ਇੰਪਲਾਇਰ ਹੈ, ਉਹਨਾਂ 'ਚੋਂ ਕੋਈ ਜਿੱਤੇ ਕੋਈ ਹਾਰੇ। ਜਦੋਂ ਕੋਰਟ ਚਲੇ ਜਾਂਦੇ ਆ ਨਾ, ਫਿਰ ਜਿੱਤ ਹਾਰ ਹੁੰਦੀ ਹੈ। ਜਿਵੇਂ ਹੁਣ ਅਸੀਂ ਕਹਿੰਦੇ ਹਾਂ ਨਾ ਕਿ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ, ਜਾਂ ਕਿਸਾਨ ਜਿੱਤਣਗੇ ਸੁਪਰੀਮ ਕੋਰਟ 'ਚ ਜਾਂ ਸਰਕਾਰ ਜਿੱਤੂਗੀ। ਤੇ ਜਿੱਤ ਹਾਰ ਦੀ ਇੱਕ ਬਹੁਤ ਵੱਡੀ ਦਿੱਕਤ ਇਹ ਹੈ, ਜਿੱਥੇ ਸਰਕਾਰ ਇੱਕ ਬਹੁਤ ਵੱਡੀ ਬੇਵਕੂਫੀ ਕਰ ਰਹੀ ਹੈ, ਮੈਂ ਤਾਂ ਇਹ ਸ਼ਬਦ ਕਹੂੰਗਾ ਕਿ ਜਿੱਤ ਹਾਰ ਦੀ ਪ੍ਰੋਬਲਮ ਇਹ ਹੈ ਕਿ ਜਦੋਂ ਦੋਨੇ ਪਾਰਟੀਆਂ ਨੇ ਰਹਿਣਾ ਇਕੱਠੇ ਹੈ, ਫਿਰ ਇੱਕ ਨੂੰ ਹਰਾ ਕੇ ਇਕੱਠੇ ਕਿਵੇਂ ਰਹੋਗੇ? ਇਸ ਕਰਕੇ ਇਹ ਫੈਸਲੇ ਹੋਰ ਤਰੀਕਿਆਂ ਨਾਲ ਹੱਲ ਹੋਣੇ ਚਾਹੀਦੇ ਨੇ ਜਿਹੜੇ ਜਿੱਤ ਹਾਰ ਤੋਂ ਉੱਪਰ ਹੋਣ। ਰਾਣਾ ਸਿੰਘ ਜੀ, ਜਿਹੜੀ ਕਮੇਟੀ ਬਣਾਈ ਹੈ, ਤੁਹਾਨੂੰ ਲੱਗਦਾ ਹੈ ਕਿ ਇਸ ਸਮੇਂ ਦੌਰਾਨ ਜਦੋਂ ਗੱਲਬਾਤ ਵੀ ਚੱਲ ਰਹੀ ਹੈ ਸਰਕਾਰ ਤੇ ਦੇ ਨਾਲ, ਜਿਹੜੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨ ਮੰਨ ਜਾਣ, ਕਮੇਟੀ ਬਣਾਉਣ ਦੀ ਲੋੜ ਸੀਗੀ ਇਸ ਮੁੱਦੇ ਉੱਤੇ?
ਮੇਰਾ ਪਰਸਨਲ ਵਿਊ ਹੈ, ਮਾਨਯੋਗ ਅਦਾਲਤ ਤੇ ਮੇਰਾ ਕੋਈ ਕਮੈਂਟ ਨਹੀਂ ਹੈ। ਮੇਰਾ ਪਰਸਨਲ ਵਿਊ ਹੈ ਵੀ ਚੰਗਾ ਹੁੰਦਾ ਜੇ ਸਰਕਾਰ ਨੂੰ ਸੁਪਰੀਮ ਕੋਰਟ ਇਹ ਕਹਿੰਦੀ ਕਿ ਤੁਸੀਂ ਕੋਈ ਨਿਰਪੱਖ ਕਮੇਟੀ ਬਣਾ ਕੇ ਮਹੀਨੇ 'ਚ 20 ਦਿਨਾਂ 'ਚ ਇਹਨੂੰ ਐਕਸਰਸਾਈਜ਼ ਕਰਕੇ ਦੇਖੋ ਜੇ ਤੁਹਾਡੀ ਨਿਬੜਦੀ ਹੈ ਕਿਸੇ ਤਰ੍ਹਾਂ, ਬਜਾਏ ਕਿ ਆਪ ਵਿੱਚ ਆਉਂਦੀ। ਪਰ ਤੋਮਰ ਸਾਹਿਬ, ਜਿਵੇਂ ਮੀਟਿੰਗ ਹੋਈ, ਤੋਮਰ ਸਾਹਿਬ ਕਹਿੰਦੇ ਕਿ ਕਿਸਾਨ ਆਪਣੀ ਇੱਕ ਗੈਰ ਰਸਮੀ ਗੱਲਬਾਤ ਕਰਨ ਦੇ ਲਈ ਇੱਕ ਗੈਰ ਰਸਮੀ ਇੱਕ ਕਮੇਟੀ ਬਣਾ ਦੇਣ, ਉਹਦੇ ਨਾਲ ਅਸੀਂ ਕੁਝ ਮੈਂਬਰ ਉਹ ਕਹਿੰਦੇ ਉਹਦੇ ਵਿੱਚ ਪਾ ਦਿਓ। ਤੁਹਾਨੂੰ ਲੱਗਦਾ ਕਿ ਉੱਥੇ ਮਸਲੇ ਦਾ ਹੱਲ ਹੋਏਗਾ? ਕਿਸਾਨ ਭਾਵੇਂ ਨਹੀਂ ਮੰਨਦੇ, ਪਰ ਕੀ ਉਹ ਬਣ ਜਾਣੀ ਚਾਹੀਦੀ ਹੈ, ਉਹਦੇ ਨਾਲ ਕੋਈ ਹੈ ਮਸਲੇ ਦਾ? ਇਹ ਤੋਮਰ ਸਾਹਿਬ ਗਲਤ ਕਹਿ ਰਹੇ ਨੇ। ਸਰਜੀਤ ਕੁਮਾਰ ਜਿਆਣੀ, ਹਰਜੀਤ ਸਿੰਘ ਗਰੇਵਾਲ ਗੈਰ ਰਸਮੀ ਤੌਰ ਤੇ ਕੰਮ ਕਰ ਰਹੇ ਸੀ, ਉਹਨਾਂ ਨੇ ਮਤਲਬ ਦੂਸਰਾ। ਫਿਰ ਇੱਕ ਸੰਤ ਲੱਖਾ ਸਿੰਘ ਵਿੱਚ ਆਏ ਤੇ ਉਹ ਗੈਰ ਰਸਮੀ ਤੌਰ ਤੇ ਆਏ ਸੀ। ਮੈਨੂੰ ਪੂਰਾ ਯਕੀਨ ਹੈ ਗੈਰ ਰਸਮੀ ਤੌਰ ਤੇ ਤਾਂ ਕਮੇਟੀਆਂ ਕੰਮ ਕਰ ਰਹੀਆਂ ਹੋਣਗੀਆਂ। ਇਹ ਗੈਰ ਰਸਮੀ ਤੌਰ ਤੇ ਜਿਹੜੀ ਕਮੇਟੀ ਹੈ ਉਹ ਅਨਾਊਂਸ ਨਹੀਂ ਕਰੀਦੀ ਹੁੰਦੀ, ਉਹ ਤਾਂ ਕੰਮ ਕਰੀ ਜਾਂਦੇ ਹੋਣਗੇ ਲੋਕ। ਜਾਂ ਤਾਂ ਤੋਮਰ ਸਾਹਿਬ ਕਹਿਣ ਵੀ ਰਸਮੀ ਤੌਰ ਤੇ ਬਣਾ ਦਿਓ, ਗੈਰ ਰਸਮੀ ਤੌਰ ਤੇ ਤਾਂ ਪਹਿਲਾਂ ਹੀ ਬਹੁਤ ਕੁਝ ਬਣਿਆ ਹੋਏਗਾ ਨਾ। ਮਤਲਬ ਰਾਜਨਾਥ ਸਿੰਘ ਆਪਦੇ ਤੌਰ ਤੇ ਕਈ ਸਾਰੀਆਂ ਖਬਰਾਂ ਨੇ ਕਿ ਉਹ ਟਕੈਤ ਨੂੰ ਮਿਲ ਚੁੱਕੇ ਨੇ ਪਹਿਲਾਂ, ਮੈਨੂੰ ਨਹੀਂ ਪਤਾ ਇਹ ਤਾਂ ਸੱਚ ਕੀ ਹੈ, ਮੈਂ ਕੋਈ ਦੋਸ਼ ਨਹੀਂ ਲਾਂਦਾ। ਅਮਿਤ ਸ਼ਾਹ ਦੇ ਤੌਰ ਤੇ ਕਈ ਲੋਕਾਂ ਨੂੰ ਮਨਾ ਚੁੱਕੇ ਨੇ। ਅਮਰਿੰਦਰ ਸਿੰਘ ਤੇ ਵੀ ਦੋਸ਼ ਲਾਉਂਦੇ ਨੇ ਕਿ ਅਮਿਤ ਸ਼ਾਹ ਨੇ ਅਮਰਿੰਦਰ ਸਿੰਘ ਨੂੰ ਬੁਲਾਇਆ ਹੀ ਤਾਂ ਸੀ ਕਿ ਇਹਦਾ ਕੋਈ ਹੱਲ ਕੱਢੋ। ਸੋ ਗੈਰ ਰਸਮੀ ਤੌਰ ਤੇ ਤਾਂ ਇਹ ਸਾਰਾ ਕੁਝ ਪਹਿਲਾਂ ਚੱਲ ਹੀ ਰਿਹਾ। ਇਹਦੀ ਬਹੁਤ ਸਾਰੀਆਂ ਕਮੇਟੀਆਂ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਕੋਈ ਘੋਸ਼ਿਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਇਹ ਜੇ ਇਹਨਾਂ ਨੂੰ ਇਹ ਲੱਗਦਾ ਹੈ ਤੋਮਰ ਸਾਹਿਬ ਨੂੰ ਕਿ ਗੈਰ ਰਸਮੀ ਤੌਰ ਤੇ ਕੋਈ ਹੱਲ ਆ ਸਕਦਾ ਹੈ ਤਾਂ ਤੋਮਰ ਸਾਹਿਬ ਕੋਈ ਦੱਸ ਦੇਣ। ਮਤਲਬ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਉਹ ਚੈਨਲ ਬਿਲਕੁਲ ਬੰਦ ਹੋਊਗਾ ਕਿ ਗੈਰ ਰਸਮੀ ਤੌਰ ਤੇ ਇਹਨਾਂ ਦੀ ਕੋਈ ਗੱਲਬਾਤ ਨਹੀਂ ਚੱਲਦੀ ਹੋਊਗੀ। ਮੈਂ ਨਹੀਂ ਇਹ ਸਮਝਦਾ। ਅੱਛਾ, ਜੇ ਗੈਰ ਰਸਮੀ ਤੌਰ ਤੇ ਕਿਸਾਨਾਂ ਨੇ ਨਹੀਂ ਬਣਾਈ ਤਾਂ ਸਰਕਾਰ ਬਣਾ ਲੇ, ਤਾਂ ਮੰਤਰੀ ਵੀ ਕਿਸੇ ਮੈਸੇਂਜਰ ਨੂੰ ਭੇਜ ਕੇ ਦੱਸ ਦੇਣ ਕਿ ਜੀ ਅਸੀਂ ਆਹ ਕੁਝ ਕਰਨਾ ਚਾਹੁੰਦੇ ਹਾਂ, ਤੁਸੀਂ ਮੰਨ ਜਾਓ। ਤੇ ਉਹ ਗੈਰ ਰਸਮੀ ਤੌਰ ਤੇ ਤਾਂ ਮੇਰਾ ਖਿਆਲ ਤਾਂ ਚੱਲ ਵੀ ਰਹੀਆਂ ਹੋਣਗੀਆਂ। ਜੇ ਬਣਾ ਲੈਣ ਕੋਈ ਇਹ 'ਚ ਗੱਲ ਵੀ ਨਹੀਂ ਹੈਗੀ। ਹਾਂ, ਪਰ ਇਹ ਇੱਕ ਮੇਰਾ ਪਰਸਨਲ ਵਿਊ ਹੈ, ਮੈਂ ਕਿਸਾਨਾਂ ਦੇ ਕਿਤੇ ਵੀ ਖਿਲਾਫ ਨਹੀਂ। ਮੈਨੂੰ ਹਾਲੇ ਤੱਕ ਜੋ ਮੈਂ ਭਾਂਪਿਆ ਇਹ ਹੈ ਕਿ ਕਿਸਾਨ ਠੀਕ ਜਾਇਜ਼ ਆਪਣੀਆਂ ਮੰਗਾਂ ਉਹਨਾਂ ਦੀਆਂ ਬੜੀਆਂ ਜਾਇਜ਼ ਨੇ, ਉਹਨਾਂ ਤੇ ਅੰਦੋਲਨ ਕਰ ਰਹੇ ਨੇ। ਪਰ ਫਿਰ ਵੀ ਜੇ ਕੋਈ ਛੋਟੀ ਕਮੇਟੀ ਕੰਮ ਕਰਨ ਦੀ ਪੋਜੀਸ਼ਨ 'ਚ ਹੋਵੇ ਉਹ ਅੱਛੀ ਗੱਲ ਹੈ। ਆਪਰੇਸ਼ਨ ਪਾਰਟ ਤੇ ਇਹਦੇ ਰਿਜ਼ਲਟ ਅੱਛੇ ਆ ਸਕਦੇ ਨੇ। ਪਰ ਇਹਦੇ ਵਿੱਚ ਮੈਂ ਦੋਸ਼ ਸਰਕਾਰ ਨੂੰ ਦਿੰਦਾ ਕਿ ਸਰਕਾਰ ਪਹਿਲਾਂ ਇੱਕ ਐਦਾਂ ਦਾ ਜੈਸਚਰ ਦੇਵੇ, ਐਦਾਂ ਦਾ ਸੁਨੇਹਾ ਦੇਵੇ ਕਿ ਅਸੀਂ ਮਸਲਾ ਹੱਲ ਕਰਨ ਨੂੰ ਤਿਆਰ ਹਾਂ। ਮਾਫ ਕਰਨਾ, ਇਹ ਮੇਰਾ ਆਪਦਾ ਵਿਊ ਹੈ। ਮੈਨੂੰ ਹਾਲੇ ਵੀ ਇਹ ਲੱਗਦਾ ਹੈ ਕਿ ਜਿੰਨਾ ਚਿਰ ਇਹ ਕਮੇਟੀਆਂ 'ਚ ਵੱਡੇ ਨੇਤਾ ਨਹੀਂ ਆਉਂਦੇ ਜਿਨ੍ਹਾਂ ਦਾ ਇਮੇਜ ਇਹ ਹੈ, ਜਿਨ੍ਹਾਂ ਦਾ ਨਕਸ਼ ਉਹਨਾਂ ਦੇ ਇਹ ਨੇ ਕਿ ਇਹ ਮਸਲਾ ਹੱਲ ਕਰਨ ਦੀ ਸਮਰੱਥਾ ਰੱਖਦੇ ਨੇ, ਜਿਨ੍ਹਾਂ 'ਚ ਰਾਜਨਾਥ ਸਿੰਘ ਹੋ ਸਕਦੇ ਨੇ, ਅਮਿਤ ਸ਼ਾਹ ਹੋ ਸਕਦੇ ਨੇ, ਪ੍ਰਧਾਨ ਮੰਤਰੀ ਖੁਦ ਹੋ ਸਕਦੇ ਨੇ। ਪਤਾ ਨਹੀਂ ਕਿਉਂ ਮੈਨੂੰ ਇਹ ਲੱਗਦਾ ਜਿੰਨਾ ਚਿਰ ਇਹ ਮੰਤਰੀ ਕੰਮ ਕਰਦੇ ਨੇ ਇਹ ਤੇ ਹਲੇ ਸਰਕਾਰ ਵੱਲੋਂ ਇਹ ਸੁਨੇਹਾ ਹੀ ਨਹੀਂ, ਇਹ ਤੇ ਸਿਰਫ ਇਟਸੈਲਫ ਇੱਕ ਕਮੇਟੀ ਹੈ। ਮੇਰੇ ਮੁਤਾਬਕ ਇਹ ਮੰਤਰੀ ਸ਼ਾਇਦ ਫੈਸਲਾ ਕਰਨ ਦੀ ਸਮਰੱਥਾ 'ਚ ਨਹੀਂ, ਇਹ ਤਾਂ ਸਿਰਫ ਪ੍ਰਧਾਨ ਮੰਤਰੀ ਜਾਂ ਉੱਪਰਲੇ ਵੱਡੇ ਮੰਤਰੀਆਂ ਨੂੰ ਸੁਨੇਹਾ ਦੇਣਗੇ ਜੀ ਵੀ ਕਿਸਾਨ ਇਹ ਚਾਹੁੰਦੇ ਆ, ਹੁਣ ਦੱਸੋ ਜੀ ਅੱਗੇ ਕੀ ਕਰੀਏ। ਜਿਸ ਤਰ੍ਹਾਂ 26 ਜਨਵਰੀ ਨੂੰ ਲੈ ਕੇ ਪਹਿਲਾਂ ਵੀ ਅਸੀਂ ਕਾਫੀ ਜਣਿਆਂ ਨਾਲ ਸਵਾਲ ਕੀਤਾ ਕਿ 26 ਜਨਵਰੀ ਦੀਆਂ ਸੰਭਾਵਨਾਵਾਂ ਕਿਸ ਤਰ੍ਹਾਂ ਦੇਖੀਆਂ ਜਾਣ, ਕੀ ਕੁਝ ਹੋ ਸਕਦਾ ਹੈ, ਸੁਪਰੀਮ ਕੋਰਟ ਉਸ ਤੋਂ ਪਹਿਲਾਂ ਕੀ ਫੈਸਲਾ ਲੈ ਸਕਦੀ ਹੈ, ਜਾਂ ਦਿੱਲੀ ਪੁਲਿਸ ਕਿਸ ਤਰ੍ਹਾਂ ਇਹਨੂੰ ਰੋਕਣ ਦੇ ਲਈ ਕੋਸ਼ਿਸ਼ ਕਰ ਸਕਦੀ ਹੈ। ਜਿਸ ਤਰ੍ਹਾਂ ਕਮੈਂਟਿੰਗ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਕੋਈ ਟਾਕਰਾ ਵੀ ਉਸ ਦਿਨ ਹੋ ਜਾਏ ਕਿਤੇ ਪੁਲਿਸ ਦੇ ਨਾਲ, ਕਿਉਂਕਿ ਕਿਸਾਨਾਂ ਦੇ ਵਿੱਚ ਗੁੱਸਾ ਬਹੁਤ ਹੈ, ਸਬਰ ਵੀ ਹੈ ਨਾਲ ਨਾਲ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ ਕਿ ਕਿਵੇਂ ਇਸ ਚੀਜ਼ ਉੱਤੇ ਕੰਟਰੋਲ ਕਰਕੇ ਅੱਗੇ ਵਧਣਾ ਚਾਹੀਦਾ? ਦੇਖੋ, ਮੈਂ ਇਸ 'ਚ ਤੁਹਾਨੂੰ ਜਿਹੜੀ ਗੱਲ ਮੇਰੀ ਸਮਝ ਮੁਤਾਬਕ ਵੱਖ-ਵੱਖ ਸਮੇਂ ਦੇ ਯੂਨੀਅਨ ਨੇਤਾ ਰਹੇ ਹਾਂ, ਮਾੜਾ ਮੋਟਾ ਲਾਅ ਦੀ ਸਮਝ ਰੱਖਦੇ ਹਾਂ, ਲਾਅ ਦੇ ਸਟੂਡੈਂਟ ਹਾਂ, ਉਹਦੇ ਵਿੱਚੋਂ ਮੈਨੂੰ ਇਹ ਲੱਗ ਰਿਹਾ ਹੈ ਕਿ ਕਿਸਾਨਾਂ ਨੇ, ਇਹ ਸਾਰੀਆਂ ਪਾਰਟੀਆਂ ਕਰਦੀਆਂ ਹੁੰਦੀਆਂ ਨੇ, ਸਰਕਾਰ ਆਪਣਾ ਦਬਾਅ ਬਣਾ ਰਹੀ ਹੈ। ਸਰਕਾਰ ਰੋਜ਼ ਇੱਕ ਬਿਆਨ ਦੇ ਦਿੰਦੀ ਹੈ ਕਾਨੂੰਨ ਤਾਂ ਕਿਸੇ ਵੀ ਕੀਮਤ ਤੇ ਵਾਪਸ ਨਹੀਂ ਹੋਣਗੇ, ਤੇ ਫਿਰ ਗੱਲ ਕਿਉਂ ਕਰਦੇ ਹੋ? ਮਤਲਬ ਇਹਦਾ ਮਤਲਬ ਇਹ ਨਹੀਂ ਹੈ, ਜਿਹੜੇ ਸ਼ਬਦ ਅਸੀਂ ਬੋਲਦੇ ਹੁੰਦੇ ਉਹਨਾਂ ਦਾ ਮਤਲਬ ਇਨ ਵਿਨ ਨਹੀਂ ਹੁੰਦਾ। ਉਹਦਾ ਮਤਲਬ ਇਹ ਹੈ ਵੀ ਇੱਕ ਪਾਸੇ ਤਾਂ ਸਰਕਾਰ ਗੱਲ ਕਰ ਰਹੀ ਹੈ, ਇੱਕ ਪਾਸੇ ਕਹਿ ਰਹੀ ਹੈ ਕਾਨੂੰਨ ਵਾਪਸ ਨਹੀਂ ਹੋਣਗੇ। ਇਹਦਾ ਅਰਥ ਕੀ ਹੈ? ਇਹਦਾ ਅਰਥ ਸਿਰਫ ਇਹ ਹੈ ਕਿ ਸਾਡਾ ਵਿਰੋਧੀ ਸਾਨੂੰ ਘੱਟ ਨਾ ਸਮਝੇ, ਅਸੀਂ ਬਰਾਬਰ ਭਿੜਾਂਗੇ। ਤੇ ਉਦਾਂ ਹੀ 26 ਜਨਵਰੀ ਤੇ ਮੈਨੂੰ ਲੱਗਦਾ ਕਿਸਾਨਾਂ ਦਾ ਆਪਦਾ ਹੱਕ ਹੈ। ਜਿਵੇਂ ਇਹ ਕਹਿੰਦੇ ਨੇ ਕਾਨੂੰਨ ਵਾਪਸ ਨਹੀਂ ਹੋਗੇ, ਉਹ ਕਹਿੰਦੇ ਅਸੀਂ ਆਪਦੀ ਪਰੇਡ ਕਰਾਂਗੇ। ਪਰ ਕਿਸਾਨਾਂ ਨੇ ਬੜੀ ਸਿਆਣਪ ਨਾਲ ਜਿਹੜਾ ਹਾਲੇ ਆਪਦਾ ਪ੍ਰੋਗਰਾਮ ਰੋਕ ਕੇ ਰੱਖਿਆ ਹੋਇਆ ਹੈ। ਹਾਲੇ ਕਿਸਾਨਾਂ ਨੇ ਇਹ ਕਿਤੇ ਨਹੀਂ ਕਿਹਾ ਸਿੱਧੇ ਸ਼ਬਦਾਂ 'ਚ, ਅਸਿੱਧੇ ਸ਼ਬਦਾਂ 'ਚ ਉਹਨਾਂ ਨੇ ਕਿਹਾ ਹੈ। ਇਹ ਟਕੈਤ ਬਿੰਨੇ ਵੀ ਕਿਹਾ ਹੈ, ਇਹ ਝੜੂਨੀ ਦੇ ਵੀ ਬਿਆਨ ਸੁਣੇ ਨੇ ਮੈਂ ਕਿ ਜੇ ਟਰੈਕਟਰ ਆਉਣਗੇ ਹੋਰ ਕੀ ਕਰਨਗੇ, ਪਰੇਡ ਕਰਾਂਗੇ ਅਸੀਂ।
ਜਾਂ ਅਸੀਂ ਜਨਪਥ ਤੇ ਜਾਵਾਂਗੇ, ਜਾਂ ਅਸੀਂ ਲਾਲ ਕਿਲੇ ਤੇ ਜਾਵਾਂਗੇ। ਪਰ ਇਹ ਸੰਕੇਤ ਮਾਤਰ ਕਿਹਾ, ਸਿੱਧਾ ਉਹਨਾਂ ਨੇ ਹਾਲੇ ਕਿਤੇ ਨਹੀਂ ਕਿਹਾ ਕਿ ਸਾਡਾ ਇਹ ਪ੍ਰੋਗਰਾਮ ਹੈ, ਇੱਥੋਂ ਚੱਲ ਕੇ ਅਸੀਂ ਆ ਜਾਵਾਂਗੇ ਤੇ ਝੰਡੇ ਚੜਾਵਾਂਗੇ। ਦੂਸਰਾ, ਜਦੋਂ ਇਹ ਟੈਕਟਫੁਲੀ ਉਹ ਵੀ ਕਹਿੰਦੇ ਨੇ ਕਿ ਸਾਡਾ ਹੱਕ ਵੀ ਹੈ, 26 ਜਨਵਰੀ ਸਾਡੀ ਵੀ ਹੈ, ਅਸੀਂ ਵੀ ਮਨਾਵਾਂਗੇ, ਅਸੀਂ ਉੱਥੇ ਸ਼ਾਮਲ ਹੋ ਜਾਵਾਂਗੇ। ਕੱਲ ਤਾਂ ਟਕੈਤ ਨੇ ਇੱਥੋਂ ਤੱਕ ਕਿਹਾ ਵੀ ਜੇ ਸਰਕਾਰ ਚਾਹੁੰਦੀ ਹੈ ਸਾਡੇ ਨਾਲ ਗੱਲ ਕਰਨਾ, ਜਾਂ ਇਹਨੂੰ ਠੀਕ ਸਮਝਦੀ ਹੈ, ਤੇ ਸਾਡਾ ਹੱਕ ਹੈ, ਸਰਕਾਰ ਸਾਨੂੰ ਸੱਦਾ ਦੇ ਦੇਵੇ ਵੀ ਆਓ ਤੁਸੀਂ 26 ਜਨਵਰੀ 'ਚ ਸ਼ਾਮਲ ਹੋ ਜਾਓ, ਅਸੀਂ ਸ਼ਾਮਲ ਹੋ ਜਾਂਦੇ ਹਾਂ। ਸੋ ਇਹ ਜਿਹੜਾ ਮੈਨੂੰ ਲੱਗਦਾ ਇਹ ਹੈਗੇ ਨੇ ਟੈਕਟਸ। ਪਰ ਇਹ ਜ਼ਰੂਰ ਹੈ ਕਿ ਜੇ ਕਿਸਾਨ ਬਹੁਤ ਵੱਡੀ ਪੱਧਰ ਤੇ ਚਲੇ ਜਾਂਦੇ ਨੇ ਤਾਂ ਕਿਸੇ ਨਾ ਕਿਸੇ ਰੂਪ 'ਚ ਜ਼ਰੂਰ ਸਰਕਾਰ ਉਹਨਾਂ ਨੂੰ ਰੋਕੇਗੀ, ਤੇ ਜੇ ਰੋਕੇਗੀ ਤਾਂ ਟਕਰਾਅ ਹੋਏਗਾ। ਔਰ ਜਿਹੜਾ ਇਹ ਟਕਰਾਅ ਹੋਏਗਾ, ਮੈਂ ਬਾਰ-ਬਾਰ ਇਹ ਗੱਲ ਤਾਂ ਮੈਂ ਹਰੇਕ ਮੰਚ ਤੋਂ ਕਹਿਣਾ ਕਿ ਜੇਕਰ ਇੱਥੇ ਟਕਰਾਅ ਹੋ ਜਾਂਦਾ ਹੈ, ਇਹ ਮੈਂ ਕਿਸਾਨ ਭਰਾਵਾਂ ਨੂੰ ਵੀ ਕਹੂੰਗਾ ਕਿ ਇਹ ਉਹਨਾਂ ਨੇ ਵੀ ਦੇਖਣਾ ਹੈ ਕਿ ਇਹਦਾ ਬਚਾਓ ਕਿੱਦਾਂ ਕਰਨਾ ਹੈ। ਜੇ ਟਕਰਾਅ ਹੋ ਜਾਂਦਾ ਹੈ, ਇਹ ਟਕਰਾਅ ਲਾਠੀ ਚਾਰਜ ਨਾਲ ਠੀਕ ਨਹੀਂ ਆਏਗਾ। ਇਹਦੇ ਵਿੱਚ ਕੈਜੂਅਲਿਟੀ ਹੋਣ ਦੇ ਚਾਂਸਸ ਨੇ, ਬੰਦਿਆਂ ਦੀਆਂ ਜਾਨਾਂ ਜਾਣ ਦਾ ਖਤਰਾ ਹੈ। ਪਰ ਇਹਦੇ ਵਿੱਚ ਵੀ ਫਿਰ ਮੈਂ ਕਹਿਣਾ ਕਿ ਜ਼ਿੰਮੇਵਾਰੀ ਸਰਕਾਰ ਦੀ ਹੈ। ਇਹ ਸਰਕਾਰ ਹੈ, ਪੁਲਿਸ ਹੈ, ਉਹ ਦੇਖੇ ਕੀ ਕਰਨਾ, ਕਿਵੇਂ ਕਰਨਾ। ਪਰ ਇਹਦੇ ਵਿੱਚ ਸੁਪਰੀਮ ਕੋਰਟ ਦਾ ਜੇ ਸਹਾਰਾ ਸਰਕਾਰ ਲੈਂਦੀ ਹੈ ਫਿਰ ਤਾਂ ਇਹ ਬਹੁਤ ਹੀ ਮਾੜੀ ਗੱਲ ਹੋਊਗੀ। ਜਿਹੜਾ ਹੁਣ ਲਿਆ ਇਹ ਵੀ ਮਾੜੀ ਗੱਲ ਹੈ, ਕਿਉਂਕਿ ਮੈਂ ਇਹ ਸਮਝਦਾ ਕਿ ਸੁਪਰੀਮ ਕੋਰਟ ਸਾਡਾ ਆਖਰੀ ਹਥਿਆਰ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਕਿ ਸਰਕਾਰ ਨੇ ਵੀ ਇੱਥੇ ਹੀ ਰਹਿਣਾ ਹੈ, ਪ੍ਰਜਾ ਨੇ ਵੀ ਇੱਥੇ ਰਹਿਣਾ ਹੈ, ਤੇ ਇਹਨਾਂ ਦੋਨੇ ਧਿਰਾਂ ਨੇ ਇਕੱਠਿਆਂ ਰਹਿਣਾ ਹੈ। ਤੇ ਜਦੋਂ ਇਹਨਾਂ ਨੇ ਇਕੱਠਿਆਂ ਰਹਿਣਾ ਹੈ, ਫਿਰ ਹਾਰ ਜਿੱਤ ਦਾ ਕੀ ਮਤਲਬ? ਫਿਰ ਤਾਂ ਮਸਲੇ ਨੂੰ ਜਿੰਨਾ ਮਰਜ਼ੀ ਲਮਕ ਜੇ। ਦੂਸਰਾ ਇਹ ਹੈ ਕਿ ਸਰਕਾਰ ਕੋਲੇ ਖੁਦ ਅਧਿਕਾਰ ਹੈ। ਹਾਲਾਂਕਿ ਇੱਦਾਂ ਦੀ ਕੋਈ ਐਗਜ਼ਾਮਪਲ ਨਹੀਂ ਮਿਲਦੀ, ਪਰ ਮੇਰੀ ਸਮਝ ਮੁਤਾਬਕ ਸਰਕਾਰ ਕੋਲ ਖੁਦ ਅਧਿਕਾਰ ਹੈ। ਇੱਕ ਨੋਟੀਫਿਕੇਸ਼ਨ ਕਰਕੇ ਇਹ ਕਾਨੂੰਨਾਂ ਨੂੰ ਖੁਦ ਹੀ ਰੋਕ ਦਿੰਦੀ। ਉਹ ਬਜਾਏ ਸੁਪਰੀਮ ਕੋਰਟ ਕੋਲ ਜਾਵੇ, ਉਹ ਖੁਦ ਰੋਕ ਦਿੰਦੀ ਕਿ ਜਿੰਨਾ ਚਿਰ ਸਾਡੀ ਗੱਲਬਾਤ ਚੱਲ ਰਹੀ ਹੈ ਉਹਨਾਂ ਚਿਰ ਅਸੀਂ ਇਹ ਕਾਨੂੰਨ ਜਿਹੜਾ ਲਾਗੂ ਨਹੀਂ ਕਰਦੇ। ਮਤਲਬ ਇਹ ਤਾਂ ਸਰਕਾਰ ਖੁਦ ਕਰ ਸਕਦੀ ਹੈ। ਪਰੰਤੂ ਸਰਕਾਰ ਨੂੰ ਇੱਕ ਬੜਾ ਆਪਦੇ ਆਪ 'ਚ ਕਿ ਇਹ ਜਿਹੜਾ ਭਰਮ ਹੋ ਗਿਆ ਕਿ ਜੇਕਰ ਇਸ ਤਰ੍ਹਾਂ ਅਸੀਂ ਕਰਾਂਗੇ ਇਹ ਸਾਡੀ ਹਾਰ ਹੋ ਜਾਊਗੀ। ਪਰ ਜੇ ਬੈਠ ਕੇ ਮਸਲੇ ਦਾ ਹੱਲ ਕੱਢ ਲਿਆ ਜਾਵੇ, ਇਹ ਡਿਲੇ ਕਰ ਲਿਆ ਸਰਕਾਰ ਨੇ ਮੇਰੇ ਮੁਤਾਬਕ ਕਿਸੇ ਲੈਵਲ ਤੇ। ਜਿਵੇਂ ਕੱਲ ਇੱਕ ਇੱਦਾਂ ਦੇ ਮੈਸੇਜ ਆਏ ਨੇ ਕਿ ਅਸੀਂ MSP ਦੇਣ ਨੂੰ ਤਿਆਰ ਹਾਂ, ਸ਼ਾਇਦ, ਮੈਨੂੰ ਨਹੀਂ ਪਤਾ ਪੱਕੀ ਗੱਲ 'ਚ ਤਿਆਰ ਹੈਗੇ ਕਿ ਨਹੀਂ, ਜਾਂ ਹਾਲੇ ਵੀ ਇਹ ਟੈਕਟਸ ਨੇ। ਪਰ ਇਹਦੇ ਵਿੱਚ ਇਹ ਹੈ ਵੀ ਜੇ ਇਹ ਗੱਲ ਬਹੁਤ ਸਟਾਰਟ ਤੇ ਹੋ ਜਾਂਦੀ ਕਿ MSP ਦਾ ਅਸੀਂ ਕਾਨੂੰਨ ਬਣਾ ਦਿੰਦੇ ਹਾਂ, ਮਤਲਬ ਮੈਂ ਇਹ ਕਹਿਣਾ ਕਿ ਜਦੋਂ ਨੈਗੋਸ਼ੀਏਸ਼ਨ ਹੁੰਦੀ ਹੈ ਨਾ ਟੇਬਲ ਤੇ ਬੈਠ ਕੇ, ਉਦੋਂ ਆਪਾਂ ਲਿਸਟ ਕਰ ਲੈਂਦੇ ਹਾਂ ਕਿ ਸਾਡੇ 50 ਮਸਲੇ ਨੇ, 50 'ਚੋਂ ਸਾਡੇ 5 ਇਮੀਡੀਏਟ ਮੰਨਣ ਜੋਗੇ ਹੈਗੇ, ਤੇ ਸਰਕਾਰ ਨੂੰ ਬਿਨਾਂ ਸ਼ਰਤ ਮੰਨ ਲੈਣੇ ਚਾਹੀਦੇ ਨੇ। ਉਹ ਜਿੰਨਾ ਕਾਨੂੰਨਾਂ ਤੇ ਸਰਕਾਰ ਦੀ ਸਹਿਮਤੀ ਹੋਈ ਹੈ ਨਾ ਕਿ ਆਹ ਬਿੱਲ ਅਸੀਂ ਨਹੀਂ ਲੈ ਕੇ ਆਵਾਂਗੇ, ਨਹੀਂ ਲੈ ਕੇ ਆਵਾਂਗੇ, ਉਹਨਾਂ ਨੂੰ ਪਬਲਿਕਲੀ ਸਟੇਟਮੈਂਟ ਦੇ ਦੇਣੀ ਚਾਹੀਦੀ ਵੀ ਆਹ ਗੱਲਾਂ ਤਾਂ ਅਸੀਂ ਮੰਨ ਲਈਆਂ ਤੇ ਆਹ ਦੇਖੋ ਅਸੀਂ ਨੋਟੀਫਿਕੇਸ਼ਨ ਕੱਢਤੀ ਇਹਦੀ। ਠੀਕ ਹੈ ਕਿ ਨਹੀਂ? ਉਹਦੇ ਨਾਲ ਕੀ ਹੁੰਦਾ ਹੈ ਕਿ ਉਹਦੇ ਨਾਲ ਗੱਲਬਾਤ ਦਾ ਮਾਹੌਲ ਸਖਾਵਾਂ ਹੋ ਜਾਂਦਾ ਹੈ ਤੇ ਪਾਰਟੀ ਨੂੰ ਯਕੀਨ ਹੋ ਜਾਂਦਾ ਵੀ ਹੁਣ ਇਹ ਸਿੱਧੇ ਪਾਸੇ ਤੁਰੇ ਨੇ। ਉਹਦੇ ਵਿੱਚੋਂ ਗਾਹਾਂ ਜਿਹੜੇ ਮੰਨਣ ਯੋਗ ਨੇ ਉਹ ਰੱਖਣ ਕਿ ਆਹ 10 ਮਸਲੇ ਅਸੀਂ ਅਗਲੀ ਮੀਟਿੰਗ 'ਚ ਹੱਲ ਕਰ ਲਾਂਗੇ ਔਰ ਅਸੀਂ ਸਹਿਮਤੀ ਤੇ ਪਹੁੰਚਾਂਗੇ ਕਿਤੇ। ਜਿਹੜੇ ਉਦੋਂ ਰਹਿ ਗਏ ਉਦੋਂ ਅਗਲੀ ਮੀਟਿੰਗ 'ਚ ਕਰ ਲੈਣ। ਮਤਲਬ ਸਰਕਾਰ ਹਾਲੇ ਤੱਕ ਇੰਨੀਆਂ ਮੀਟਿੰਗਾਂ 'ਚ ਇਹ ਕੋਈ ਸੰਕੇਤ ਨਹੀਂ ਦੇ ਰਹੀ ਕਿ ਅਸੀਂ ਸਮਝੌਤਾ ਚਾਹੁੰਦੇ ਹਾਂ। ਹਾਲੇ ਤੱਕ ਤਾਂ ਸਰਕਾਰ ਇਹ ਸੰਕੇਤ ਦੇ ਰਹੀ ਹੈ ਕਿ ਅਸੀਂ ਕਾਨੂੰਨਾਂ ਤੋਂ ਕਿਸੇ ਵੀ ਕੀਮਤ ਤੇ ਵਾਪਸ ਨਹੀਂ ਹੋਵਾਂਗੇ। ਤੇ ਫਿਰ ਜਿਹੜੀਆਂ ਬਰਾਬਰ ਪੰਚਾਇਤਾਂ ਲਾ ਕੇ ਸਰਕਾਰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਸਾਡੇ ਕੋਲ ਵੀ ਤੁਹਾਡੇ ਵਰਗੇ ਕਿਸਾਨ ਹੈਗੇ ਨੇ, ਚਾਹੇ ਉਹ ਜਿਹੜੇ ਮਰਜ਼ੀ ਹੋਣ, ਖਰੀਦੇ ਹੋਏ ਹੋਣ, ਵਿਕੇ ਹੋਏ ਹੋਣ, ਘੱਟ ਹੋਣ। ਦੂਜਾ ਇਹ ਬਾਰ-ਬਾਰ ਮਤਲਬ ਨਾਲੇ ਤਾਂ ਉਹਨਾਂ ਨਾਲ ਗੱਲਬਾਤ ਕਰੀ ਜਾਂਦੀ ਹੈ ਤੇ ਨਾਲੇ ਉਹਨਾਂ ਨੂੰ ਕਹਿੰਦੀ ਹੈ ਖਾਲਿਸਤਾਨੀ ਨੇ, ਇਹ ਮਾਓਵਾਦੀ ਨੇ, ਇਹ ਫਲਾਣੇਵਾਦੀ ਨੇ, ਇਹ ਨਕਸਲੀ ਨੇ। ਮੈਨੂੰ ਬੜੀ ਹੈਰਾਨੀ ਹੁੰਦੀ ਹੈ ਵੀ ਜੇ ਨਕਸਲੀ ਨੇ, ਜੇ ਮਾਓਵਾਦੀ ਨੇ, ਤੇ ਜੇ ਕਿਸੇ ਦਾ ਮਾਓਵਾਦੀ ਨਕਸਲੀ ਹੋਣਾ ਸੰਵਿਧਾਨ ਦੇ ਉਲਟ ਹੈ, ਫਿਰ ਉਹਨਾਂ ਤੇ ਪਾਬੰਦੀ ਲਾਓ। ਫਿਰ ਗੱਲ ਕਿਉਂ ਕਰਦੇ ਉਹਨਾਂ ਨਾਲ? ਨਾ ਤਾਂ ਮਤਲਬ ਤੁਸੀਂ ਕਿਸੇ ਪਾਸੇ ਆਪਦੇ ਆਪ ਨੂੰ ਠੀਕ ਤਾਂ ਕਰੋ, ਫਿਰ ਆਪਦੇ ਲੀਡਰਾਂ ਦੇ ਲਗਾਮ ਪਾਓ। ਮਤਲਬ ਇਹ ਨਾ ਕਹੋ ਨਾ ਵੀ ਮੰਤਰੀ ਦਾ ਵਿੱਚ ਬੈਠੂਗਾ। ਦੇਖੋ ਕਮਾਲ ਦੀ ਗੱਲ ਹੋ ਰਹੀ ਹੈ ਵੀ 2 ਮੰਤਰੀ ਤਾਂ ਉੱਥੇ ਵਿੱਚ ਬੈਠੇ ਨੇ ਮੀਟਿੰਗ ਦੇ, ਇੱਕ ਜਿਹੜਾ ਤੀਸਰਾ ਮੰਤਰੀ ਹੈ ਉਹ ਬਾਹਰ ਬਿਆਨ ਦੇ ਰਿਹਾ। ਉਹ ਚੌਧਰੀ ਸ਼ਾਇਦ ਕੋਈ ਏਦਾਂ ਦਾ ਨਾਂ, ਕੱਲ ਵੀ ਆਇਆ ਉਹਦਾ, ਰਾਜ ਮੰਤਰੀ ਹੈ, ਖੇਤੀ ਨਾਲ ਸੰਬੰਧਿਤ ਹੈ, ਰਾਜ ਮੰਤਰੀ ਹੈ। ਮਤਲਬ ਇਹ ਬਹੁਤ ਹੀ, ਮੈਂ ਕਹਿੰਦਾ ਇਖਲਾਕੀ ਤੌਰ ਤੇ ਗਲਤ ਗੱਲ ਹੈ। ਕੋਈ ਹੋਰ ਬੋਲੇ, ਮਤਲਬ ਸੇਮ ਮਿਨਿਸਟਰੀ ਦਾ ਪ੍ਰਤੀਨਿਧ
ਉਹ ਕੋਈ ਬਿਆਨ ਦੇਵੇ, ਮੈਨੂੰ ਲੱਗਦਾ ਇਦੋਂ ਮਾੜੀ ਕੋਈ ਗੱਲ ਨਹੀਂ। ਨਾਲੋਂ ਨਾਲ ਜਿਹੜੀ ਉਹ ਸਿਆਸਤ ਵੀ ਜਿਹੜੀ ਉਹ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ। ਹੁਣ ਜੇ ਆਪਾਂ ਆਖਰੀ ਸਵਾਲ ਹੈ ਮੇਰਾ, ਜੇ ਸਿਆਸਤ ਦੀ ਗੱਲ ਕਰੀਏ, ਜਿਵੇਂ ਹੁਣ ਕਿਸਾਨਾਂ ਦਾ ਸੱਦਾ ਕੋਈ ਵੀ ਹੁੰਦਾ, ਇਹ ਖਾਸ ਮੀਡੀਆ ਦੇ ਵਿੱਚ ਅਸੀਂ ਚੀਜ਼ਾਂ ਬੜੇ ਧਿਆਨ ਨਾਲ ਦੇਖਦੇ ਹਾਂ ਕਿ ਉਸੇ ਦਿਨ ਹੀ ਸਿਆਸੀ ਪਾਰਟੀਆਂ ਜਾਂ ਲਾ ਲਓ ਕਿ ਜਿਹੜੇ ਕਾਂਗਰਸ ਹੈ ਮੇਨਲੀ ਤਾਂ ਉਹਨਾਂ ਦੇ ਹੀ ਹੈ, ਤੇ ਜੇ ਉਹ ਵਿਰੋਧ ਵਿੱਚ ਹੈ ਤਾਂ ਉਹ ਆਪਣਾ ਕੋਈ ਪ੍ਰੋਗਰਾਮ ਦੇ ਦਿੰਦੀ ਹੈ। ਕੱਲ ਜੋ ਕੁਝ ਹੋਇਆ, ਮੀਟਿੰਗ ਹੋਈ, ਉਹਦੇ ਵਿਚਾਲੇ ਰਾਹੁਲ ਗਾਂਧੀ ਜਾ ਕੇ ਉੱਥੇ ਜੰਤਰ ਮੰਤਰ ਤੇ ਆਪਣੇ ਰਵਨੀਤ ਬਿੱਟੂ ਹੋਣਾ ਨੂੰ, ਆਪਣੇ ਜਿਹੜੇ MP ਉੱਥੇ ਬੈਠੇ ਨੇ ਪੰਜਾਬ ਦੇ, ਉਹਨਾਂ ਨੂੰ ਮਿਲੇ ਜਾ ਕੇ। ਤੁਹਾਨੂੰ ਲੱਗਦਾ ਹੈ ਕਿ ਇਹ ਕਦਮ ਸਹੀ ਹੈ ਕਿ ਇਸ ਤਰੀਕੇ ਦੇ ਨਾਲ, ਜਦੋਂ ਤਾਂ ਹੋਰ ਬਹੁਤ ਦਿਨ ਪਏ ਨੇ, ਹੋਰ ਬਹੁਤ ਤਰੀਕੇ ਨੇ ਮਤਲਬ ਕਿ ਇਸ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਜਤਾਉਣ ਦੇ, ਪਰ ਤੁਸੀਂ ਜਾ ਕੇ ਉਸੇ ਦਿਨ ਇਹੋ ਜਿਹੀਆਂ ਖਬਰਾਂ, ਜਦੋਂ ਸੁਰਖੀਆਂ ਦੇ ਵਿੱਚ ਕਿਸਾਨਾਂ ਦਾ ਮਸਲਾ ਹੋਣਾ ਚਾਹੀਦਾ, ਉਦੋਂ ਸੁਰਖੀਆਂ ਦੇ ਵਿੱਚ ਬਰਾਬਰ ਤੁਹਾਡਾ ਮਸਲਾ ਚੱਲਦਾ ਚਾਹੀਦਾ, ਤੇ ਇਹ ਹੋਰ ਤਰੀਕੇ ਦੇ ਨਾਲ ਦਬਾਅ ਬਣਾਓ ਤੁਸੀਂ, ਹੋਰ ਵੀ ਬੜੇ ਤਰੀਕੇ ਹੋ ਸਕਦੇ ਨੇ, ਇਕੱਲਾ ਬਹਿਣ ਨਾਲ ਤਾਂ ਨਹੀਂ ਹੋ ਸਕਦਾ। ਇਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਵੀ ਜਿਹੜੀਆਂ ਸਿਆਸੀ ਪਾਰਟੀਆਂ ਨਾ, ਜਿਵੇਂ ਕਾਂਗਰਸ ਹੈ ਜਾਂ ਹੋਰ ਵੀ ਕੋਈ ਸਿਆਸੀ ਪਾਰਟੀਆਂ ਨੇ, ਪੰਜਾਬ 'ਚ BJP ਹੈ, ਇਹ ਜਿਹੜਾ ਅੰਦੋਲਨ ਜੇ ਨਾ ਰੁਕਿਆ ਔਰ ਜਿਸ ਕਿਸਮ ਨਾਲ ਵੱਧ ਰਿਹਾ, ਵਧੀ ਗਿਆ, ਬਹੁਤ ਸਾਰੀ ਜ਼ਮੀਨ ਐ ਲੱਗ ਰਹੀ ਹੈ ਕਿ ਸਿਆਸੀ ਪਾਰਟੀਆਂ ਦੇ ਪੈਰਾਂ ਹੇਠੋਂ ਖਿਸਕ ਗਈ ਹੈ ਤੇ ਹੋਰ ਖਿਸਕਦੀ ਨਜ਼ਰ ਆ ਰਹੀ ਹੈ। ਉਹ ਹੁਣ ਉਹਨਾਂ ਸਭ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਮੈਨੂੰ ਆਪਦਾ ਇਹ ਲੱਗਦਾ ਹੈ ਕਿ ਜੇਕਰ ਦੇਖੋ, ਸਿਆਸੀ ਪਾਰਟੀਆਂ ਦਾ ਸਿਆਸਤ ਕਰਨਾ ਤਾਂ ਉਹਨਾਂ ਦਾ ਜਨਮ ਸਿੱਧ ਅਧਿਕਾਰ ਹੈ, ਕਰਨੀ ਆ ਉਹਨਾਂ ਨੇ, ਪਰ ਮੈਨੂੰ ਇਹ ਲੱਗਦਾ ਕਿ ਜੇ ਉਹਨਾਂ ਨੇ ਸਿਆਸਤ ਕਰਨੀ ਹੈ ਜਿਹੜੀ ਹੁਣ ਸਰਗਰਮ ਹੋਈ ਹੈ, ਉਹਦੇ ਦੋ ਕਾਰਨ ਨੇ ਕਿ ਇੱਕ ਤਾਂ ਸਮੇਂ ਦੀ ਸਰਕਾਰ ਨੇ ਮੀਡੀਆ ਨੂੰ ਕੰਟਰੋਲ ਕਰਕੇ ਇਹਨਾਂ ਨੂੰ ਕਵਰ ਨਹੀਂ ਕਰਨ ਦਿੱਤਾ ਗਿਆ, ਅੰਦੋਲਨਕਾਰੀਆਂ ਨੂੰ, ਪਰ ਉਹਦੇ ਬਦਲ ਦੇ ਵਿੱਚ ਸੋਸ਼ਲ ਮੀਡੀਆ ਨੇ ਉਹਨਾਂ ਨੂੰ ਇੰਨੀ ਵੱਡੀ ਕਵਰੇਜ ਦਿੱਤੀ ਜਿਹਦੇ ਨਾਲ ਉਹ ਐਂ ਲੱਗਿਆ ਕਿ ਜੇ ਉਹ ਨਹੀਂ ਵੀ ਕਵਰ ਕਰਦਾ ਤਾਂ ਕੀ ਹੈ, ਔਰ ਇੱਥੋਂ ਤੱਕ ਉਹਨਾਂ ਨੇ ਬਾਈਕਾਟ ਹੀ ਕਰਤਾ ਵੀ ਤੁਸੀਂ ਤਾਂ ਸਾਡੇ ਆਓ ਹੀ ਨਾ, ਸਾਨੂੰ ਤਾਂ ਕਵਰੇਜ ਦੀ ਤੁਹਾਡੀ ਲੋੜ ਹੀ ਨਹੀਂ ਹੈਗੀ, ਜਾਓ ਜਿੱਥੇ ਮਰਜ਼ੀ। ਔਰ ਉਹਨਾਂ ਦੀ TRP ਵਗੈਰਾ 'ਚ ਉਹ ਜਿਹੜੇ 2-3 ਮੀਡੀਆ ਫਸ ਗਏ, ਉਹਨਾਂ 'ਚ ਉਹਨਾਂ ਦਾ ਫਰਾਡ ਫਸਿਆ ਗਿਆ, ਉਹਨਾਂ 'ਚ ਪਤਾ ਲੱਗ ਗਿਆ ਕਿ ਇਹ ਜਿਹੜਾ ਦੇਸ਼ ਭਗਤੀ ਦਾ ਗੀਤ ਗਾਉਂਦੇ ਸੀ ਉਹ ਕੀ ਕਰ ਰਹੇ ਨੇ, ਉਹ ਸ਼ੰਕੇ ਖੜੇ ਹੋ ਗਏ। ਪਰ ਹੁਣ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਸਾਰੀਆਂ ਚੀਜ਼ਾਂ ਤੋਂ ਹੱਲਣ ਤੋਂ ਬਾਅਦ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਦਾ ਪੈਰਾਂ ਹੇਠੋਂ ਜਿਹੜਾ ਜ਼ਮੀਨ ਖਿਸਕਣ ਤੋਂ ਬਾਅਦ ਮੈਨੂੰ ਲੱਗਦਾ ਇਹਨਾਂ ਨੂੰ ਹੁਣ ਜਾਗ ਆਈ ਹੈ ਕਿ ਹੁਣ 29 ਤਰੀਕ ਨੂੰ ਜਿਹੜਾ ਸੈਸ਼ਨ ਆ ਰਿਹਾ ਨਾ, ਹੁਣ ਇਹ ਉਹ ਤੋਂ ਪਹਿਲਾਂ ਕੁਝ ਦੱਸਣਾ ਚਾਹੁੰਦੇ ਨੇ ਕਿ ਅਸੀਂ ਕੁਝ ਕਰੀਏ। ਔਰ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕ ਵੱਡਾ ਖਤਰਾ ਹੈ। ਤੁਸੀਂ ਜਿਹੜਾ 26 ਜਨਵਰੀ ਦਾ ਕਹਿ ਰਹੇ ਹੋ ਨਾ, ਇਹ 26 ਜਨਵਰੀ ਦਾ ਕਿਸਾਨਾਂ ਦਾ ਜਿਹੜਾ ਥ੍ਰੈਟ ਹੈ, ਇਹ ਤਾਂ ਹੈਗਾ ਸੰਕੇਤਕ, ਜੋ ਮੈਨੂੰ ਲੱਗ ਰਿਹਾ ਜੀ। ਪਰ ਇਹ ਟ੍ਰੇਲਰ ਹੈ, ਜਿਵੇਂ ਉਹ ਪਹਿਲੇ ਟਰੈਕਟਰ ਮਾਰਚ ਨੂੰ ਟ੍ਰੇਲਰ ਕਿਹਾ ਸੀ ਨਾ, ਇਹ ਥੋੜਾ ਜਿਹਾ ਉਸ ਤੋਂ ਵੱਡਾ ਟ੍ਰੇਲਰ ਹੈ। ਜਿਹੜੀ ਫਿਲਮ ਆਉਣੀ ਹੈ ਨਾ, ਉਹ 29 ਜਨਵਰੀ ਤੋਂ ਬਾਅਦ ਆਉਣੀ ਹੈ, ਸਮਝੇ ਤੁਸੀਂ ਮੇਰੀ ਗੱਲ। 29 ਜਨਵਰੀ ਨੂੰ ਜਦੋਂ ਸੈਸ਼ਨ ਸਟਾਰਟ ਹੋਣਾ ਹੈ ਨਾ, ਸੋ ਕਿਸਾਨਾਂ ਦਾ ਹੋ ਸਕਦਾ ਇਹਨਾਂ ਦੀ ਅਗਲੀ ਪਲਾਨ ਜਿਹੜੀ ਬਹੁਤ ਹੀ ਪ੍ਰਭਾਵੀ ਹੋਊਗੀ, ਇਹਨਾਂ ਨੇ ਪਾਰਲੀਮੈਂਟ ਦਾ ਘਿਰਾਓ ਕਰਨਾ ਹੈ ਤੇ ਉੱਥੇ ਮੀਡੀਆ ਨੇ ਫਸਣਾ ਹੈ। ਜਿੰਨਾ ਮਰਜ਼ੀ ਗੋਦੀ ਮੀਡੀਆ ਬਣ ਜੇ, ਚਾਹੇ ਕੋਈ ਹੋਰ ਮੀਡੀਆ ਬਣ ਜਾਵੇ, ਉੱਥੇ ਮੀਡੀਆ ਨੂੰ ਕਵਰੇਜ ਦੇਣੀ ਪੈਣੀ ਹੈ, ਕਿਉਂਕਿ ਉੱਥੇ ਇੰਟਰਨੈਸ਼ਨਲ ਮੀਡੀਆ ਵੀ ਆਉਣਾ ਹੈ। ਜਿੱਦੇ ਪਾਰਲੀਮੈਂਟ ਦਾ ਘਿਰਾਓ ਹੋਇਆ ਨਾ ਸਾਡਾ, ਉਹਦੇ ਇੰਟਰਨੈਸ਼ਨਲ ਮੀਡੀਆ ਨੂੰ ਵੀ ਇਹ ਗੱਲ ਦੇਣੀ ਪਊਗੀ। ਤੇ ਇਸ ਗੱਲ ਤੋਂ ਅੱਛਾ, ਦੂਜਾ, ਸਰਕਾਰ ਨੂੰ ਹੁਣ ਇੱਕ ਖਤਰਾ ਬੜਾ ਹੋਇਆ ਪਿਆ ਹੈ ਵੀ ਜੇ ਡੈਮੋਕ੍ਰੇਟਿਕ ਕੰਟਰੀ ਅਮਰੀਕਾ ਵਰਗਿਆਂ 'ਚ ਪਾਰਲੀਮੈਂਟ 'ਤੇ ਹਮਲਾ ਇੱਦਾਂ ਹੋ ਸਕਦਾ ਹੈ। ਉਹ ਬੜਾ ਸਿਆਣਾ ਕੰਟਰੀ ਹੈ। ਦੇਖੋ, ਐਡੇ ਵੱਡੇ ਘਟਨਾ 'ਚ ਉਹਨੇ ਸਿਰਫ 2-3 ਕੈਜੂਅਲਟੀਜ਼ ਹੋਈਆਂ ਨੇ, ਪਰ ਸਾਡੇ ਜਿਹੜਾ ਇਹ ਹੈ, ਸਰਕਾਰ ਦੀ ਔਕਾਤ, ਥਿੰਕਿੰਗ ਐਡੀ ਨਹੀਂ ਕਿ ਇਹਨੂੰ ਬਰਦਾਸ਼ਤ ਕਰਨ। ਇਹਨਾਂ ਨੇ ਗੋਲੀ ਚਲਾ ਦੇਣੀ ਹੈ। ਤੇ ਜੇ ਕੋਈ ਇੱਥੇ ਵਾਇਲੈਂਸ ਹੋ ਗਈ, ਮਤਲਬ ਮੈਨੂੰ ਇਹ ਲੱਗ ਰਿਹਾ ਕਿ ਸਰਕਾਰ ਮੁੱਦੀ ਵੱਜੇਗੀ, ਸਰਕਾਰ ਟੁੱਟ ਜੇਗੀ। ਦੂਸਰਾ, ਸਰਕਾਰ ਤੇ ਪ੍ਰੈਸ਼ਰ ਬਹੁਤ ਹੈ। ਮਤਲਬ ਜੇ ਤਾਂ ਹੁੰਦਾ ਹੋਵੇ ਨਾ ਕਿ ਸਰਕਾਰ ਦੀ ਅਸੀਂ ਸਮਝੀਏ ਵੀ ਅੱਛੀ ਸੋਚ ਹੈ, ਅੱਛੀ ਸੋਚ ਤਾਂ ਹੁੰਦੀ ਜੇਕਰ ਇਹ ਹਰਿਆਣੇ 'ਚ ਪੰਚਾਇਤਾਂ ਨਾ ਕਰਦੇ। ਵੀ ਦੇਖੋ, ਆਪਾਂ ਸਮਝੌਤੇ ਵੱਲ ਨੂੰ ਚੱਲਦੇ ਹਾਂ, ਆਪਾਂ ਨਵੀਂ ਪ੍ਰੋਬਲਮ ਨਾ ਖੜੀਏ। ਹਰਿਆਣੇ 'ਚ ਪੰਚਾਇਤ ਕਰ ਲਈ, ਪੰਚਾਇਤ 'ਚ ਕਿਸਾਨ ਗਲ ਪੈ ਗਏ, JJP ਦੇ ਉੱਪਰ ਐਡਾ ਵੱਡਾ ਪ੍ਰੈਸ਼ਰ ਆ ਗਿਆ। ਹੁਣ ਕੱਲ ਸਾਡੇ ਜਿਹੜੇ ਗ੍ਰਹਿ ਮੰਤਰੀ ਨੇ ਉਹ ਕਹਿ ਰਹੇ ਨੇ, ਹੁਣ ਉਹ ਮੰਨ ਰਹੇ ਨੇ ਵੀ ਪ੍ਰੈਸ਼ਰ ਹੈ, ਦਿਖਾਈ ਦੇ ਰਿਹਾ ਹੈ। ਹੁਣ ਉਹ ਕਹਿ ਰਹੇ ਨੇ ਵੀ ਨਹੀਂ ਆਪਾਂ ਕੋਈ ਪੰਚਾਇਤ ਨਹੀਂ ਕਰਾਂਗੇ, ਕਿਸਾਨ ਦੇ ਵਿਰੁੱਧ ਕੋਈ, ਮਤਲਬ ਇਹਦਾ ਮਤਲਬ ਕਿਸਾਨ, ਮੈਨੂੰ ਨਹੀਂ ਪਤਾ ਉਹ ਕਿਉਂ ਕਹਿ ਰਹੇ ਨੇ, ਪਰ ਆਮ ਬੰਦਾ ਇਹਦਾ ਅਰਥ ਇਹ ਲਏਗਾ ਕਿ ਹੁਣ ਤੁਸੀਂ ਦਬਾਅ 'ਚ ਆ ਗਏ। ਤੇ ਮਤਲਬ ਇੱਕ ਪਾਸੇ ਤਾਂ ਉਹ ਬਾਰ-ਬਾਰ ਕਹਿ ਰਹੇ ਨੇ ਅਸੀਂ ਕਾਨੂੰਨ ਨਹੀਂ ਮੰਨਣੇ, ਦੂਜੇ ਪਾਸੇ ਸੰਕੇਤ ਦੇ ਰਹੇ ਨੇ ਅਸੀਂ ਦਬਾਅ। ਔਰ ਕੱਲ ਜਿਹੜੀ ਉਹਨਾਂ ਦੀ ਫੇਸ ਰੀਡਿੰਗ ਸੀ, ਜਦੋਂ ਤੋਮਰ ਬੋਲ ਰਹੇ ਸੀ ਪ੍ਰੈਸ ਦੇ ਸਾਹਮਣੇ, ਬੜੀ ਸਾਫ਼ ਦਿਖਾਈ ਦੇ ਰਹੇ ਸੀ ਵੀ ਬਹੁਤ ਜ਼ਿਆਦਾ ਪ੍ਰਭਾਵ ਦੇ ਥੱਲੇ ਨੇ। ਉਹ ਪ੍ਰਭਾਵ ਦੇ ਥੱਲੇ
ਮੈਨੂੰ ਲੱਗਦਾ ਉਹ ਆਪਦੀ ਜਗ੍ਹਾ ਇਸ ਕਰਕੇ ਨੇ ਕਿਉਂਕਿ ਨਾ ਤਾਂ ਉਹਨਾਂ ਨੂੰ ਸਰਕਾਰ ਨੇ ਤਾਕਤ ਦਿੱਤੀ ਹੈ ਵੀ ਤੁਸੀਂ ਜਿਵੇਂ ਨਿਮੇੜ ਆਓ। ਉਹ ਤਾਂ ਸਿਰਫ ਮਤਲਬ ਇੱਕ ਕਮੇਟੀ ਤੇ ਕਮੇਟੀ ਪੰਜਾਬੀ 'ਚ ਕਹਿੰਦੇ ਨੇ ਕਮੇਟੀ ਨੂੰ ਕੰਮ ਮਿੱਟੀ, ਤੇ ਸਬ ਕਮੇਟੀ ਨੂੰ ਕਹਿੰਦੇ ਨੇ ਸਭ ਕੰਮ ਮਿੱਟੀ। ਸੋ ਹੁਣ ਇਹ ਕਮੇਟੀ ਦਾ ਜਿਹੜਾ ਇਹ ਹੈ। ਅੱਛਾ, ਦੂਸਰਾ ਮਾਨਯੋਗ ਸੁਪਰੀਮ ਕੋਰਟ ਨੇ ਭਾਵੇਂ ਫੈਸਲਾ ਦਿੱਤਾ ਹੈ, ਪਰ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ, ਮੈਨੂੰ ਇਹ ਲੱਗਦਾ ਹੈ, ਮੈਂ ਇਹ ਨਹੀਂ ਕਹਿੰਦਾ ਉਹ ਫੈਸਲਾ ਗਲਤ ਜਾਂ ਠੀਕ ਆਪਦੀ ਥਾਂ ਤੇ, ਪਰ ਉਹ ਫੈਸਲੇ ਨਾਲ ਸਰਕਾਰ ਹੋਰ ਜ਼ਿਆਦਾ ਫਸ ਗਈ। ਫਸ ਕਿਵੇਂ ਗਈ? ਸੁਪਰੀਮ ਕੋਰਟ ਨੇ ਤਾਂ ਕਿਹਾ ਵੀ 10 ਦਿਨਾਂ 'ਚ ਕਮੇਟੀ ਕੰਮ ਸਟਾਰਟ ਕਰੇਗੀ, ਉਦੋਂ ਬਾਅਦ 2 ਮਹੀਨੇ 'ਚ ਰਿਪੋਰਟ ਦੇਗੀ, ਉਦੋਂ 2 ਮਹੀਨੇ ਬਾਅਦ ਕਿਤੇ ਫੈਸਲਾ ਆਏਗਾ, ਪਤਾ ਨਹੀਂ ਕੀ ਆਏਗਾ, ਜੋ ਵੀ ਆਏਗਾ। ਇਹਦਾ ਮਤਲਬ 2 ਮਹੀਨੇ ਦਾ ਉਹਨਾਂ ਨੇ ਕਹਿਤਾ ਨਾ ਵੀ ਕਿਸਾਨ ਅੰਦੋਲਨ ਇੱਦਾਂ ਹੀ ਚੱਲੇ, ਉਦੋਂ ਪਹਿਲਾਂ ਤਾਂ ਕੋਈ ਰਾਹਤ ਨਹੀਂ ਹੈਗੀ। ਠੀਕ ਹੈ ਕਿ ਨਹੀਂ? ਉਹ ਜੇ 2 ਮਹੀਨੇ ਅੰਦੋਲਨ ਇਹ ਇੱਦਾਂ ਚੱਲੂਗਾ ਤਾਂ ਤੁਸੀਂ ਮੀਡੀਆ ਕਰਮੀ ਹੋ, ਮਤਲਬ ਕੋਈ ਵੀ ਅੰਦੋਲਨ ਜੇ 2 ਮਹੀਨੇ ਸੇਮ ਲੈਵਲ ਤੇ ਚੱਲੇ ਉਹਦਾ ਕੋਈ ਮੀਨਿੰਗ ਨਹੀਂ ਹੁੰਦਾ। ਜਾਂ ਤਾਂ ਸਰਕਾਰ ਆਪਦੇ ਦਬਾਅ ਨਾਲ ਇਹ ਅੰਦੋਲਨ ਦੀ ਤਾਕਤ ਘਟਾ ਦੂਗੀ ਜਾਂ ਕਿਸਾਨ ਇਹ ਅੰਦੋਲਨ ਦੀ ਤਾਕਤ ਵਧਾ ਲੈਣਗੇ, ਤੇ ਅੰਦੋਲਨ ਪਹਿਲਾਂ ਹੀ ਸਿਖਰ ਤੇ ਪਹੁੰਚਿਆ ਪਿਆ। ਜਦੋਂ ਇਦੋਂ ਵੱਧ ਤਾਕਤ ਵਧੂਗੀ ਤੇ ਫਿਰ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਵੀ ਕੀ ਹੋਊਗਾ। ਇਹ ਤਾਂ ਸਾਫ਼ ਜ਼ਾਹਰ ਹੈ। ਸੋ ਇਹ ਮੈਨੂੰ ਇੱਦਾਂ ਲੱਗ ਰਿਹਾ ਹੈ ਕਿ ਇਹ ਸਰਕਾਰ ਨੂੰ ਅੱਜ ਸੋਚ ਲੈਣਾ ਚਾਹੀਦਾ ਹੈ, ਜਿੰਨਾ ਉਹਨਾਂ ਦਾ ਇਕੱਠ ਪਹਿਲਾਂ ਹੈ, ਜੇ ਇਸ ਤੋਂ ਅੱਧੇ, ਹਾਲਾਂਕਿ ਕਿਸਾਨ ਬਹੁਤ ਜ਼ਿਆਦਾ ਕਲੇਮ ਕਰਦੇ ਨੇ, ਪਰ ਮੈਂ ਇਹ ਕਹਿਣਾ ਕਿ ਮੰਨ ਲਓ ਜੇ ਉੱਥੇ 50,000 ਟਰੈਕਟਰ ਪਹਿਲਾਂ ਖੜਾ ਹੈ ਤੇ 25,000 ਟਰੈਕਟਰ ਉੱਥੇ ਹੋਰ ਚਲਿਆ ਗਿਆ ਤੇ 29 ਜਨਵਰੀ ਤੋਂ ਬਾਅਦ ਪਾਰਲੀਮੈਂਟ ਹੈ, ਤੇ ਉੱਥੇ ਕਿਸੇ ਨੂੰ ਕੋਈ, ਹੁਣ ਤਾਂ ਅਸੀਂ ਕਹਿ ਦਿੰਦੇ ਹਾਂ ਨਾ ਵੀ ਇਹਨਾਂ ਤੇ ਪ੍ਰਭਾਵ ਹੈ ਜੀ, ਰਸਤਾ ਬੰਦ ਹੋ ਗਿਆ ਜੀ, ਫਲਾਣਾ ਬੰਦ ਹੋ ਗਿਆ, ਤੇ ਕਿਸਾਨਾਂ ਨੂੰ ਇਹ ਸਭ ਤੋਂ ਵਧੀਆ ਓਪਰਚੁਨਿਟੀ ਹੋਊਗੀ। ਸਰਕਾਰ ਬਜਟ ਸੈਸ਼ਨ ਹੈ ਉਹਨੂੰ ਟਾਲ ਨਹੀਂ ਪਾਊਗੀ। ਇੱਕ ਸੈਸ਼ਨ ਪਹਿਲਾਂ ਹੀ ਟਾਲ ਕੇ ਉਹਨਾਂ ਨੇ ਆਪਦਾ ਸਰਦਰੁੱਦ ਦਾ ਸੈਸ਼ਨ ਟਾਲ ਕੇ ਜਲੂਸ ਕਢਾ ਲਿਆ, ਤੇ ਹੁਣ ਇਸ ਹਾਲਾਤ 'ਚ ਸਾਰੀਆਂ ਵਿਰੋਧੀ ਪਾਰਟੀਆਂ ਨੂੰ, ਚਾਹੇ ਉਹ ਕਿਸਾਨਾਂ ਨਾਲ ਹੋਣ ਜਾਂ ਉਹ ਨਾ ਹੋਣ, ਪਰ ਸਰਕਾਰ ਭੰਡਣ ਦੀ ਐਦੋਂ ਵਧੀਆ ਮੌਕਾ ਕੋਈ ਨਹੀਂ ਮਿਲੇਗਾ। ਸੋ ਇਸ ਕਰਕੇ ਸਰਕਾਰ ਤੇ ਹੁਣ ਬਹੁਤ ਵੱਡਾ ਦਬਾਅ ਹੈ। ਚੰਗਾ ਹੋਵੇ ਜੇ ਸਰਕਾਰ 26 ਜਨਵਰੀ ਤੋਂ ਪਹਿਲਾਂ ਇਹਦਾ ਕੋਈ ਹੱਲ ਕੱਢ ਲਵੇ। ਮੈਨੂੰ 26 ਜਨਵਰੀ ਦਾ ਅੰਦੋਲਨ ਬਹੁਤ ਜ਼ਿਆਦਾ ਦਬਾਅ ਵਾਲਾ ਨਹੀਂ ਲੱਗਦਾ, ਮੈਨੂੰ ਉਸ ਤੋਂ ਕਿਤੇ ਜਾ ਕੇ 29 ਜਨਵਰੀ ਜ਼ਿਆਦਾ ਦਬਾਅ ਵਾਲੀ ਲੱਗਦੀ ਹੈ। ਮੇਰਾ ਇਹ ਵਿਊ ਹੈ। ਸ਼ੁਕਰੀਆ ਰਣ ਸਿੰਘ ਜੀ, ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ। ਜਿਸ ਤਰੀਕੇ ਦੇ ਨਾਲ ਸਰਕਾਰ ਚੱਲ ਰਹੀ ਹੈ, ਚਾਹੀਦਾ ਤਾਂ ਇਹ ਹੈ ਕਿ ਮਸਲੇ ਦਾ ਨਿਬੇੜਾ ਜਿਹੜਾ ਉਹ ਸ਼ਾਂਤੀਪੂਰਨ ਹੋ ਜਾਣਾ ਚਾਹੀਦਾ ਹੈ। ਲਗਾਤਾਰ ਇਸ ਦੇ ਉੱਤੇ ਗੱਲਬਾਤ ਜਿਵੇਂ ਚੱਲ ਰਹੀ ਹੈ ਕਿ ਅੰਦਰ ਖਾਤੇ ਕੀ ਕੁਝ ਹੋ ਰਿਹਾ, ਬਾਹਰ ਕੀ ਕੁਝ ਦਿਖਾਇਆ ਜਾ ਰਿਹਾ, ਅਗਲੇ ਸਮੇਂ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਆਉਂਦਾ, ਉਹਦੇ ਉੱਤੇ ਅਸੀਂ ਗੱਲਬਾਤ ਜਾਰੀ ਰੱਖਾਂਗੇ। ਮੈਨੂੰ ਇਜਾਜ਼ਤ ਦਿਓ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।